वाहिगुरू जी का खालसा वाहिगुरू जी की फतेह। प्रोग्राम करंट अफेयर्स ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਬਜਟ ਦੇ ਉੱਤੇ, ਜਿਹੜਾ ਕਿ ਅੱਜ ਬਜਟ ਜਿਹੜਾ ਆ ਉਹ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਪੇਸ਼ ਕੀਤਾ ਗਿਆ, ਜਿਹੜਾ ਕਿ ਮੋਦੀ ਸਰਕਾਰ ਦਾ 7ਵਾਂ ਬਜਟ ਤੇ ਨਿਰਮਲਾ ਸੀਤਾਰਮਨ ਦਾ ਦੂਸਰਾ। ਸੋ ਇਸ ਦੇ ਵਿੱਚ ਕੀ ਕੁਝ ਜਿਹੜਾ ਆ ਉਹ ਲੋਕਾਂ ਨੂੰ ਮਿਲਿਆ ਆ, ਕੀ ਕੁਝ ਸਾਹਮਣੇ ਜਿਹੜਾ ਆ ਉਹ ਰੱਖ ਕੇ ਇਸ ਬਜਟ ਨੂੰ ਜਿਹੜਾ ਆ ਉਹ ਪੇਸ਼ ਕੀਤਾ ਗਿਆ ਆ। ਸੋ ਸਾਰਾ ਕੁਝ ਜਾਣਾਂਗੇ। ਮੇਰੇ ਨਾਲ ਮੌਜੂਦ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਰਿਟਾਇਰਡ ਪ੍ਰੋਫੈਸਰ ਬਲਜਿੰਦਰ ਸਿੰਘ ਜੀ, ਜਿਹੜੇ ਕਿ ਕਮਰਸ ਦੇ ਪ੍ਰੋਫੈਸਰ ਨੇ। ਸੋ ਉਹਨਾਂ ਤੋਂ ਜਾਣਾਂਗੇ। ਨਾਲ ਹੀ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ, ਉਹਨਾਂ ਦੇ ਨਾਲ ਵੀ ਕੁਝ ਪੁਆਇੰਟ ਜਿਹੜੇ ਆ ਉਹ ਸਾਂਝੇ ਕਰਾਂਗੇ। ਸੋ ਸਭ ਤੋਂ ਪਹਿਲਾਂ ਮੈਂ ਇਹ ਦੱਸ ਦੇਵਾਂ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣਾ ਇਹ ਬਜਟ ਜਿਹੜਾ ਪੇਸ਼ ਕੀਤਾ, ਇਹ 2 ਘੰਟੇ 40 ਮਿੰਟ ਤੱਕ ਜਿਹੜਾ ਆ ਭਾਸ਼ਣ ਜਿਹੜਾ ਉਹਨਾਂ ਦਾ ਚੱਲਿਆ, ਜਿਹੜਾ ਕਿ ਇੱਕ ਰਿਕਾਰਡ ਜਿਹੜਾ ਉਹਨਾਂ ਨੇ ਅੱਜ ਬਣਾ ਦਿੱਤਾ ਆ। ਸੋ ਇਸ ਦੇ ਨਾਲ ਨਾਲ ਗੱਲ ਕਰੀਏ ਤਾਂ ਖੇਤੀਬਾੜੀ ਸੈਕਟਰ ਜਿਹੜਾ ਆ ਉਸ ਦੀ ਗੱਲ ਕਰੀਏ ਤਾਂ 2.83 ਲੱਖ ਕਰੋੜ ਜਿਹੜੇ ਰਾਖਵੇਂ ਰੱਖੇ ਗਏ, ਅਤੇ ਹੈਲਥ ਸੈਕਟਰ ਵਾਸਤੇ 69,000 ਕਰੋੜ ਰੁਪਏ, ਸਵੱਛ ਭਾਰਤ ਵਾਸਤੇ 12,300 ਕਰੋੜ ਦਾ ਐਲਾਨ, ਅਤੇ ਐਜੂਕੇਸ਼ਨ ਦੇ ਵਾਸਤੇ 99,300 ਕਰੋੜ ਦਾ ਐਲਾਨ ਜਿਹੜਾ ਆ ਉਹ ਕੀਤਾ ਗਿਆ ਆ। ਗੱਲ ਜੇ ਕਰੀਏ ਟੈਕਸ ਸਲੈਬ ਦੀ ਤਾਂ ਨਵੀਂ ਟੈਕਸ ਸਲੈਬ ਦਾ ਐਲਾਨ ਜਿਹੜਾ ਉਹ ਹੋਇਆ। 5 ਲੱਖ ਤੱਕ ਦੀ ਆਮਦਨ ਦੇ ਉੱਤੇ ਕੋਈ ਵੀ ਟੈਕਸ ਜਿਹੜਾ ਆ ਉਹ ਨਹੀਂ ਹੋਏਗਾ। 15 ਲੱਖ ਤੋਂ ਉੱਤੇ ਆਮਦਨ ਦੇ ਉੱਤੇ 30% ਟੈਕਸ, 5 ਲੱਖ ਤੋਂ ਲੈ ਕੇ 7.5 ਲੱਖ ਤੱਕ 10%, 10 ਲੱਖ ਤੋਂ 12.5 ਲੱਖ ਤੱਕ ਜਿਹੜਾ 20%, ਅਤੇ 12.5 ਲੱਖ ਤੋਂ 15 ਲੱਖ ਤੱਕ 25% ਜਿਹੜਾ ਟੈਕਸ ਆ ਉਹ ਹੋਏਗਾ। ਇਸ ਦੇ ਨਾਲ ਨਾਲ ਥੋੜ੍ਹੀ ਜਿਹੀ ਗੱਲ ਜੇ ਰੇਲਵੇ ਬਜਟ ਦੀ ਕਰੀਏ ਤਾਂ 550 ਰੇਲਵੇ ਸਟੇਸ਼ਨ ਜਿਹੜੇ ਆ ਉਹ ਵਾਈਫਾਈ ਕੀਤੇ ਜਾਣਗੇ। ਰੇਲਵੇ ਖਾਲੀ ਜ਼ਮੀਨ ਦੇ ਉੱਤੇ ਸੂਰਜ ਊਰਜਾ ਪਲਾਂਟ ਜਿਹੜੇ ਆ ਉਹ ਲਗਾਏ ਜਾਣਗੇ, ਅਤੇ ਮਾਨਵ ਰਹਿਤ ਫਾਟਕ ਜਿਹੜੇ ਆ ਉਹ ਖਤਮ ਕੀਤੇ ਜਾਣਗੇ। 150 ਟ੍ਰੇਨ ਜਿਹੜੀਆਂ ਆ ਉਹ PPP ਮੋਡ ਦੇ ਉੱਤੇ ਚਲਾਉਣ ਦਾ ਫੈਸਲਾ ਹੋਇਆ ਹੈ। ਇਹ ਤੁਹਾਨੂੰ ਜਿਹੜਾ ਪ੍ਰੈਸ ਸਾਹਿਬ ਦੱਸਣਗੇ ਕਿ PPP ਮੋਡ ਜਿਹੜਾ ਆ ਉਹ ਕੀ ਹੈਗਾ ਆ। ਸੋ ਇਸ ਦੇ ਨਾਲ ਨਾਲ ਕਿਸਾਨਾਂ ਵਾਸਤੇ ਕੀ ਕੁਝ ਆਇਆ ਵਾ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਨਾਲ ਨਾਲ 2024 ਤੱਕ 100 ਨਵੇਂ ਏਅਰਪੋਰਟ ਬਣਾਉਣ ਦਾ ਫੈਸਲਾ ਜਿਹੜਾ ਉਹ ਵੀ ਕੀਤਾ ਗਿਆ ਆ। ਸੋ ਸਭ ਤੋਂ ਪਹਿਲਾਂ ਪ੍ਰੈਸ ਸਾਹਿਬ ਤੁਹਾਡੇ ਤੋਂ ਜਾਣਨਾ ਚਾਹੂੰਗਾ, ਫਤਿਹ ਦੀ ਸਾਂਝ ਪਾਈਏ। ਪਹਿਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੈਸ ਸਾਹਿਬ ਸਭ ਤੋਂ ਪਹਿਲਾਂ ਇਹ ਜਾਣਨਾ ਚਾਹੂੰਗਾ ਕਿ ਜਿਹੜਾ ਬਜਟ ਅੱਜ ਪੇਸ਼ ਹੋਇਆ ਆ ਇਸ ਨੂੰ ਓਵਰਆਲ ਕਿਵੇਂ ਦੇਖਦੇ ਹੋ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਚਰਚਾ ਅਸੀਂ ਕੀਤੀ ਸੀਗੀ ਕਿ GDP ਜਿਹੜੀ ਆ ਉਹ ਬੜੀ ਡਾਊਨ ਆ, ਅਰਧ ਵਿਵਸਥਾ ਜਿਹੜੀ ਡਗਮਗਾਈ ਹੋਈ ਆ। ਅੱਜ ਦਾ ਜਿਹੜਾ ਬਜਟ ਆਇਆ ਆ ਇਸ ਤੋਂ ਤੁਹਾਨੂੰ ਕੀ ਲੱਗਦਾ ਆ ਕਿ ਵਾਕਿਆ ਹੀ ਅਰਧ ਵਿਵਸਥਾ ਨੂੰ ਕੋਈ ਹੁਲਾਰਾ ਦੇਣ ਦੇ ਵਿੱਚ ਕਾਮਯਾਬ ਹੋਏਗਾ, ਜਾਂ ਇਸ ਤਰੀਕੇ ਨਾਲ ਸੋਚ ਕੇ ਬਣਾਇਆ ਗਿਆ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ GDP ਜਿਹੜੀ ਆ ਉੱਪਰ ਜਾਵੇ? ਦੇਖੋ, ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਜੀ ਜਿਹੜੀ ਦੂਜੀ ਟਰਮ ਸਟਾਰਟ ਹੋਈ ਹੈ ਉਹਦਾ ਇਹ ਦੂਜਾ ਬਜਟ ਹੈ ਜੀ। ਔਰ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਹਾਂਗਾ ਕਿ ਜਿਹੜੀ ਸਾਡੇ ਫਾਈਨਾਂਸ ਮਿਨਿਸਟਰ ਨੇ ਜੀ, ਮੇਰੇ ਖਿਆਲ ਮੁਤਾਬਕ ਬਜਟ ਦੇ ਕੇਸ ਦੇ ਵਿੱਚ ਇਹ ਮਹਿਕਮਾ ਫਾਈਨਾਂਸ ਮਿਨਿਸਟਰ ਦਾ ਜੀ ਉਸ ਵਿਅਕਤੀ ਕੋਲ ਜਾਣਾ ਚਾਹੀਦਾ ਹੈ ਜੀ ਜਿਹਦੇ ਕੋਲ ਕਿ ਫਾਈਨੈਂਸ਼ੀਅਲ ਐਕਸਪਰਟੀਜ਼ ਹੈਗੀਆਂ ਨੇ, ਜੀ ਜਿਹਦੀ ਕਿ ਬੈਕਗਰਾਊਂਡ ਦੇ ਵਿੱਚ ਤਜਰਬਾ ਹੋਏ, ਕਿਧਰੇ ਕਾਮਰਸ ਦਾ, ਕਿਧਰੇ ਇੰਡਸਟਰੀ ਦਾ, ਕਿਧਰੇ ਇਕਨੋਮਿਕਸ ਦਾ। ਜੀ ਜੀ ਸਾਡਾ ਇੱਕ ਦੁਖਾਂਤ ਹੈ ਕਿ ਸਾਡੇ ਸਿਸਟਮ ਦੇ ਵਿੱਚ ਡਿਫੈਂਸ ਮਿਨਿਸਟਰ ਉਹ ਬਣ ਜਾਏਗਾ ਜਿਹਨੂੰ ਡਿਫੈਂਸ ਦੇ ਬਾਰੇ ਕੁਝ ਪਤਾ ਨਹੀਂ। ਬਿਲਕੁਲ। ਹੈਲਥ ਮਿਨਿਸਟਰ ਉਹ ਬਣ ਜਾਏਗਾ ਜਿਹਨੂੰ ਕਿ ਹੈਲਥ ਦਾ ABC ਨਹੀਂ ਪਤਾ, ਮੈਡੀਕਲ ਲਾਈਨ ਦਾ ABC ਨਹੀਂ ਪੜ੍ਹਦਾ। ਐਜੂਕੇਸ਼ਨ ਮਿਨਿਸਟਰ ਉਹ ਬਣ ਜਾਏਗਾ ਜਿਹੜਾ ਸਭ ਤੋਂ ਘੱਟ ਪੜ੍ਹਿਆ ਲਿਖਿਆ ਹੈ। ਇਸੇ ਤਰੀਕੇ ਨਾਲ ਫਾਈਨਾਂਸ ਦੀਆਂ ਜਿਹੜੀਆਂ ਟਰਮੀਨੋਲੋਜੀਜ਼ ਨੇ ਜੀ, ਫਾਈਨਾਂਸ ਇੱਕ ਐਸਾ ਸਬਜੈਕਟ ਹੈ ਜੀ ਜੋ ਕਿ ਇਹ ਮੰਨਿਆ ਜਾਂਦਾ ਹੈ ਕਿ ਪੱਟੀ ਸਾਹਿਬ ਕਿ ਇਹ ਕਿਹਾ ਜਾਂਦਾ ਹੈ ਕਿ ਜਿੱਦਾਂ ਕਿ ਸਰੀਰ ਦੇ ਵਿੱਚ ਬਲੱਡ ਦੀ ਇੰਪੋਰਟੈਂਸ ਹੈ, ਉਸੇ ਤਰੀਕੇ ਨਾਲ ਕਿਸੇ ਦੇਸ਼ ਦੀ ਅਰਥ ਵਿਵਸਥਾ ਵਿੱਚ ਜਿਹੜਾ ਫਾਈਨਾਂਸ ਹੈ ਨਾ, ਬਿਲਕੁਲ ਉਹ ਉਸੇ ਤਰੀਕੇ ਦਾ ਰੋਲ ਅਦਾ ਕਰਦਾ ਪੱਟੀ ਸਾਹਿਬ। ਇਹ ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਕਲਾਸਾਂ ਦੇ ਵਿੱਚ ਵੀ। ਤੋ ਜੋ ਇਤਨੀ ਜ਼ਿਆਦਾ ਇੰਪੋਰਟੈਂਸ ਹੋਏ ਜੀ, ਤਾਂ ਪਹਿਲੀ ਗੱਲ ਤਾਂ ਮੈਂ ਇਹ ਗੱਲ ਕਹਾਂਗਾ ਕਿ ਇਸ ਦੇ ਜਿਹੜਾ ਸਾਡਾ ਐਲੋਕੇਸ਼ਨ ਆਫ ਪੋਰਟਫੋਲੀਓਜ਼ ਨੇ ਇਹਦੇ ਵਿੱਚ ਜਿਹੜਾ ਨਾ ਇਹ ਮੈਰਿਟਸ ਨਹੀਂ ਵੇਖੇ ਜਾਂਦੇ। ਨਤੀਜਾ ਕੀ ਹੈ ਕਿ ਅੱਜ ਦੀ ਡੇਟ ਵਿੱਚ ਜੇਕਰ ਇੱਕ ਆਮ ਵਿਅਕਤੀ ਵੀ ਦੇਖੇਗਾ
ਮਾਰਕੀਟ ਵਿੱਚ ਜਾ ਕੇ ਤੁਸੀਂ ਦੇਖੋਗੇ ਜੀ ਜੇ ਤੁਸੀਂ ਇਲੈਕਟ੍ਰੋਨਿਕਸ ਦੇ ਸਮਾਨ ਖਰੀਦਣਾ ਹੈ, ਚਾਹੇ ਸਪੋਰਟਸ ਦਾ ਸਮਾਨ ਖਰੀਦਣਾ ਹੈ, ਚਾਹੇ ਤੁਸੀਂ ਕੋਈ ਈਟੇਬਲਸ ਚੀਜ਼ਾਂ ਖਰੀਦੀਆਂ ਨੇ, ਈਵਨ ਕੱਪੜਾ ਲੈ ਲਓ, ਟॉयਜ਼ ਦੀ ਮਾਰਕੀਟ ਦੇਖ ਲਓ, ਹਰ ਪਾਸੇ ਚਾਈਨਾ ਨੇ ਆ ਕਰਕੇ ਸਮਾਲ ਸਕੇਲ ਇੰਡਸਟਰੀ ਨੂੰ ਪੂਰੇ ਭਾਰਤ ਦੇ ਵਿੱਚ ਕੈਪਚਰ ਕਰ ਲਿਆ। ਆਪਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਆ, ਪੰਜਾਬ ਦੇ ਰਹਿਣ ਵਾਲੇ ਆ ਜੀ, ਸਾਨੂੰ ਪਤਾ ਹੈ ਕਿ ਸਪੋਰਟਸ ਇੰਡਸਟਰੀ ਜਿਹੜੀ ਹੈ ਪੰਜਾਬ ਦੇ ਵਿੱਚੋਂ ਖਤਮ ਹੋ ਗਈ। ਜੀ ਅੰਮ੍ਰਿਤਸਰ ਦੇ ਵਿੱਚੋਂ ਜਿਹੜੀਆਂ ਇੰਡਸਟਰੀ ਸੀ ਹੌਲੀ ਹੌਲੀ ਖਤਮ ਹੋ ਗਈ, ਸਮਾਲ ਸਕੇਲ ਇੰਡਸਟਰੀ। ਇਹ ਪਰ ਸਭ ਜਿਹੜੇ ਬਜਟ ਮੈਂ ਬਜਟ ਦੇ ਉੱਤੇ ਗੱਲ ਕਰਾਂਗਾ। ਜੀ 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 ਬਿਲਕੁਲ, ਬਜਟ ਦੇ ਉੱਤੇ ਬਜਟ ਤੇ ਗੱਲ ਲਿਆਵਾਂਗਾ ਮੈਂ। ਜੀ ਹੁਣ ਮੈਂ ਦੇਖਿਆ ਜਿੰਨਾ ਅੱਜ ਜਿਹੜਾ ਬਜਟ ਆਇਆ ਹੈ ਤੇ ਉਹਦੇ ਵਿੱਚ ਮੈਂ ਦੇਖਿਆ ਕਿ ਕਿਸੇ ਵੀ ਥਾਂ ਤੇ ਸਮਾਲ ਸਕੇਲ ਇੰਡਸਟਰੀ ਜਿਹੜੀ ਕਿ ਬਿਲਕੁਲ ਅਪਰੂਟ ਹੋ ਚੁੱਕੀ ਹੈ, ਜੀ ਇੰਡਸਟਰੀ ਦੇ ਮੈਪ ਤੋਂ ਖਤਮ ਹੋ ਚੁੱਕੀ ਹੈ। ਹਾਂਜੀ, ਔਰ ਉਹ ਸਾਰੀ ਕੈਪਚਰ ਕਰ ਲਈ ਹੈ ਚਾਈਨਾ ਨੇ ਆ ਕੇ। ਜੀ ਉਸ ਨੂੰ ਦੁਬਾਰਾ ਰਿਸਟੋਰ ਕਰਨ ਵਾਸਤੇ, ਠੀਕ ਹੈ ਜੀ, ਵਾਪਸ ਲਿਆਉਣ ਵਾਸਤੇ ਕੋਈ ਵੀ ਕਿਸੇ ਪ੍ਰਕਾਰ ਦਾ ਪ੍ਰੋਵੀਜ਼ਨਸ ਨਹੀਂ ਹੈਗੇ। ਇਹ ਸਾਰਾ ਕੁਝ ਹੋਇਆ ਵੀ ਸਰਕਾਰ ਦੀਆਂ ਨੀਤੀਆਂ ਕਰਕੇ ਇਹ ਹੀ ਹੈ। ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਹੈ। ਜੀ ਉਹ ਦਿਨ ਪ੍ਰਤੀ ਦਿਨ ਹਰ ਸਾਲ ਕਹਿ ਲਓ ਕਿ ਸਾਡੀ ਸਮਾਲ ਸਕੇਲ ਇੰਡਸਟਰੀ ਜਿਹੜੀ ਹੈ, ਕੇਵਲ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਹਰ ਥਾਂ ਤੋਂ ਸਮਾਲ ਸਕੇਲ ਇੰਡਸਟਰੀ ਖਤਮ ਹੋ ਗਈ। ਬਿਲਕੁਲ। ਉਹ ਨਤੀਜਾ ਕੀ ਨਿਕਲਿਆ ਕਿ ਇਹਦੇ ਨਾਲ ਬੇਰੁਜ਼ਗਾਰੀ ਬੜੀ ਵਧੀ, ਇੰਪਲੋਇਮੈਂਟ ਖਤਮ ਹੋ ਗਈ। ਜੀ ਇੰਪਲੋਇਮੈਂਟ ਦੇ ਚਾਂਸਸ ਪੱਟੀ ਸਾਹਿਬ ਜਦ ਇੰਡਸਟਰੀ ਖਤਮ ਹੋ ਜਾਏਗੀ ਤੇ ਫਿਰ ਇੰਪਲੋਇਮੈਂਟ ਕਿੱਥੋਂ ਲੈ ਲੋਗੇ? ਬਿਲਕੁਲ। ਜਦ ਤੁਹਾਡੀ ਸਮਾਲ ਸਕੇਲ ਇੰਡਸਟਰੀ ਨਹੀਂ ਰਹੀ ਹੈ ਤੇ ਤੁਸੀਂ GDP ਕਿੱਦਾਂ ਵਧਾ ਲੋਗੇ? ਅੱਜ ਦੇ ਬਜਟ ਤੋਂ ਬਾਅਦ ਦੇ ਵਿੱਚ ਵੀ ਨੌਜਵਾਨਾਂ ਦਾ ਇਹੀ ਕਹਿਣਾ ਆ। ਹੁਣ ਜਿਹੜਾ ਰੁਜ਼ਗਾਰ ਹੈ ਨਾ ਜੀ, ਰੁਜ਼ਗਾਰ ਉਹ ਮੈਕਸਿਮਮ ਜਿਹੜਾ ਸਮਾਲ ਸਕੇਲ ਇੰਡਸਟਰੀ ਪੈਦਾ ਕਰ ਰਹੀ ਹੈ। ਯੈਸ, ਠੀਕ ਹੈ ਜੀ ਕਿਉਂਕਿ ਸਮਾਲ ਸਕੇਲ ਇੰਡਸਟਰੀ ਜੀ ਜਿਹੜੀ ਹੈ ਉਹ ਬਿਲਕੁਲ ਹੀ ਖਤਮ ਹੋ ਗਈ ਹੈ ਤੇ ਇਹਨੂੰ ਰਿਸਟੋਰ ਕਰਨ ਵਾਸਤੇ ਹਾਂਜੀ ਇਸ ਬਜਟ ਦੇ ਵਿੱਚ ਕੋਈ ਵਿਜ਼ਨ ਨਹੀਂ ਹੈਗਾ। ਕੋਈ ਪ੍ਰਾਵਧਾਨ, ਕੋਈ ਵਿਜ਼ਨ ਨਹੀਂ ਹੈਗਾ। ਜੀ ਨਤੀਜਾ ਕੀ ਹੈ ਕਿ ਸਾਡੇ ਜਿਹੜੇ ਸਕਿਲਡ, ਸੈਮੀ ਸਕਿਲਡ ਤੇ ਅਨਸਕਿਲਡ ਜੀ ਲੇਬਰ ਹੈਗੀ ਹੈ, ਬਿਲਕੁਲ ਪੱਟੀ ਸਾਹਿਬ, ਉਹਨਾਂ ਨੂੰ ਤਾਂ ਰੋਜ਼ਗਾਰ ਮਿਲਣਾ ਹੀ ਨਹੀਂ ਮਿਲਣਾ ਠੀਕ ਹੈ ਜੀ, ਬਿਲਕੁਲ। ਉਹਨਾਂ ਨੂੰ ਰੋਜ਼ਗਾਰ ਮਿਲਣਾ ਹੀ। ਸੋ ਜਦ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਣਾ ਤੇ ਨੈਚੁਰਲੀ ਜੀ ਜਿਹੜੀ ਅਨਇੰਪਲੋਇਮੈਂਟ ਜਿਹੜੀ ਕਿ ਰਿਕਾਰਡ ਤੋੜਤਾ ਜੀ ਪਿਛਲੇ 45 ਸਾਲਾਂ ਦਾ ਅਨਇੰਪਲੋਇਮੈਂਟ ਨੇ, ਜੀ 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 ਠੀਕ ਹੈ, ਉਹ ਅਨਇੰਪਲੋਇਮੈਂਟ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੇਗੀ, ਅਲਾਰਮਿੰਗ ਹੋਏਗੀ। ਜੀ ਔਰ ਯੂਥ ਦੇ ਵਿੱਚ ਜਿਹੜਾ ਹੈ ਕਿ ਅਨਰੈਸਟ ਆ ਰਿਹਾ। ਜੀ ਅਸੀਂ ਉਹ ਦੇਖ ਲਿਆ ਕਿ ਪਿਛਲੇ ਦਿਨਾਂ ਦੇ ਵਿੱਚ ਜੀ ਚਾਹੇ ਉਹ ਦਿੱਲੀ ਦੀਆਂ ਯੂਨੀਵਰਸਿਟੀਆਂ ਨੇ, JNU ਹੈ, ਜੀ ਚਾਹੇ ਹੋਰ ਅਲੀਗੜ੍ਹ ਯੂਨੀਵਰਸਿਟੀ ਹੈ, ਹੋਰ ਥਾਵਾਂ ਤੇ ਹੈ, ਵਿਦਿਆਰਥੀ ਵਰਗ ਦੇ ਵਿੱਚ, ਯੂਥ ਦੇ ਵਿੱਚ ਇੱਕ ਬਹੁਤ ਵੱਡਾ ਅਨਰੈਸਟ ਜੀ ਦਿਨ ਪ੍ਰਤੀ ਦਿਨ ਵੱਧ ਰਿਹਾ, ਜੀ ਬੇਚੈਨੀ ਵੱਧ ਰਹੀ ਹੈ। ਔਰ ਕਿਹਾ ਇਹ ਜਾਂਦਾ ਹੈ ਕਿ ਉਹਨਾਂ ਨੇ ਅੱਜ ਦੇ ਬਜਟ ਵਿੱਚ ਗੱਲ ਕੀਤੀ ਹੈ ਜੀ ਕਿ ਜੀ ਅਸੀਂ ਰੋਜ਼ਗਾਰ ਜਿਹੜੇ ਨੇ ਨਾ, ਜੀ ਉਹੀ ਥਾਂ ਤੇ ਅਸੀਂ ਸਕਿੱਲ ਇੰਡੀਆ, ਜੀ ਜੋ ਕਿ ਇਹ ਟਰਮ ਜਿਹੜੀ ਹੈ ਇਹ ਅੱਜ ਦੀ ਨਹੀਂ ਹੈਗੀ, ਇਹ 3-4 ਸਾਲ ਪਹਿਲਾਂ ਤੋਂ ਸਕਿੱਲ ਇੰਡੀਆ ਟਰਮ ਚੱਲੀ ਸੀਗੀ। ਔਰ ਉਹਦੇ ਵਿੱਚ ਸੀਗਾ ਕਿ ਅਸੀਂ ਨੌਜਵਾਨਾਂ ਨੂੰ ਦੇ ਵਿੱਚ ਸਕਿੱਲਸ ਡਿਵੈਲਪ ਕਰਾਂਗੇ। ਸਕਿੱਲਸ ਡਿਵੈਲਪ ਕਰਾਂਗੇ। ਸਕਿੱਲਸ ਡਿਵੈਲਪ ਕਰਨ ਦਾ ਮਤਲਬ ਹੋ ਗਿਆ ਕਿ ਕਿੱਤਾ ਮੁਖੀ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ, ਜਿਹਦੇ ਨਾਲ ਕਿ ਉਹ ਜਾ ਕਰਕੇ ਉਹ ਟ੍ਰੇਨਿੰਗ ਲੈ ਕਰਕੇ। ਲੇਕਿਨ ਕੁਐਸਚਨ ਫਿਰ ਅਰਾਈਜ਼ ਹੁੰਦਾ ਹੈ। ਪ੍ਰੋਫੈਸਰ ਸਾਹਿਬ, ਇੱਕ ਗੱਲ ਮੈਂ ਹੋਰ ਜਾਣਨੀ ਚਾਹੂੰਗਾ ਕਿ ਤੁਸੀਂ ਕਹਿ ਰਹੇ ਹੋ ਕਿ ਅਨਐਮਪਲੋਇਮੈਂਟ ਜਿਹੜੀ ਜ਼ਿਆਦਾ ਵਧੀ ਹੈ, ਪਰ ਅੱਜ ਦੇ ਬਜਟ ਦੇ ਵਿੱਚ ਇੱਕ ਗੱਲ ਇਹ ਕਹੀ ਗਈ ਕਿ 27.1 ਕਰੋੜ ਲੋਕ ਜਿਹੜੇ ਗਰੀਬੀ ਰੇਖਾ ਤੋਂ ਉੱਪਰ ਆਏ ਆ। ਦੇਖੋ ਜੀ, ਇੱਕ ਗੱਲ ਮੈਂ ਤੁਹਾਨੂੰ ਦੱਸਾਂ ਜੀ ਕਿ ਅਸੀਂ ਕਮਰਸ ਦੇ ਬੰਦੇ, ਅਕਾਊਂਟਸ ਦੇ ਬੰਦਿਆਂ ਨੂੰ ਜੀ ਫਿਗਰਾਂ ਨੂੰ ਡਿਜ਼ਾਈਨ ਕਰਨਾ ਜੀ ਆਉਂਦਾ ਹੈ। ਜੀ ਤੁਸੀਂ ਮੈਨੂੰ ਕੋਈ ਕਿਸੇ ਕੰਪਨੀ ਦੀ ਬੈਲੈਂਸ ਸ਼ੀਟ ਦੇ ਦਿਓ, ਜੀ ਅਸੀਂ ਉਹ 'ਚ ਇੱਕ ਵਰਡ ਯੂਜ਼ ਕਰਦੇ ਹਾਂ, ਵਿੰਡੋ ਡਰੈਸਿੰਗ। ਜੀ ਵਿੰਡੋ ਡਰੈਸਿੰਗ ਮਤਲਬ ਹੁੰਦਾ ਖਿੜਕੀ ਨੂੰ ਖੂਬਸੂਰਤ ਬਣਾਉਣਾ, ਜਿਹਦੇ ਨਾਲ ਗਾਹਕ ਵੇਖ ਕੇ ਕਮਾਲ ਹੈ ਬਈ, ਜੀ ਬੜੀ ਸੋਹਣੀ ਵਿੰਡੋ ਡਰੈਸਿੰਗ ਹੋਈ ਹੈ। ਜਿਹਦਾ ਆਪਾਂ ਮਤਲਬ ਅੱਜ ਦਾ ਬਜਟ ਜਿਹੜਾ ਹੈ ਉਹ 'ਚ ਵਿੰਡੋ ਡਰੈਸਿੰਗ ਵਿੰਡੋ ਡਰੈਸਿੰਗ ਜਿਹਨੂੰ ਕਹਿੰਦੇ ਨੇ, ਵਿੰਡੋ ਡਰੈਸਿੰਗ ਆਂਕੜਿਆਂ ਨੂੰ ਜਿਹੜਾ ਹੈ ਖੂਬਸੂਰਤ ਕਰਨਾ। ਜੀ ਠੀਕ ਹੈ, ਔਰ ਉਹ ਆਂਕੜੇ ਖੂਬਸੂਰਤ ਹੋ ਜਾਂਦੇ ਨੇ। ਆਂਕੜੇ ਜਿਹੜੇ ਨੇ ਉਹਨਾਂ ਦੇ ਵਿੱਚ ਆਰਟੀਫੀਸ਼ੀਅਲਿਟੀ ਜਿਹੜੀ ਹੈ ਲਿਆਈ ਜਾ ਸਕਦੀ ਹੈ। ਜੀ ਇਹ
ਇਕਨੋਮਿਸਟ ਵੀ ਕਰ ਲੈਂਦੇ ਨੇ, ਅਕਾਊਂਟਸ ਦੇ ਬੰਦੇ ਵੀ ਕਰ ਲੈਂਦੇ ਨੇ ਬਿਨਾਂ ਸੁਗੰਧ ਤੋਂ ਵਾਲੇ ਫੁੱਲ ਲੇਕਿਨ ਗਰਾਊਂਡ ਲੈਵਲ ਤੇ ਕੁਝ ਨਹੀਂ ਹੁੰਦਾ ਗਰਾਊਂਡ ਲੈਵਲ ਤੇ ਕੁਝ ਨਹੀਂ ਹੁੰਦਾ, ਕੋਈ ਪੋਜੀਸ਼ਨ ਨਹੀਂ ਹੁੰਦੀ, ਉਹਦੇ ਵਿੱਚ ਸਗੋਂ ਜਿਹੜਾ ਵਾ ਉਹ ਨੁਕਸਾਨ ਹੀ ਹੁੰਦਾ। ਹੁਣ ਕਿੰਨਾ ਕੁਝ ਕਿਹਾ ਗਿਆ। ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਸਰੋਤਿਆਂ ਨਾਲ ਗੱਲ ਕਰਦਾ ਜੀ ਕਿ ਜਿਹੜਾ ਵਿਅਕਤੀ ਵੀ ਦਿੱਲੀ ਚ ਵਿਜ਼ਿਟ ਕਰਦਾ ਬਾਈ ਟ੍ਰੇਨ, ਜੀ ਠੀਕ ਹੈ, ਤੇ ਕਿੰਨੇ ਕੁ ਕਰੋੜਾਂ ਦੇ ਵਿੱਚ ਸ਼ੌਚਾਲੇ ਟਾਇਲਟਸ ਬਣਾਤੇ ਗਏ ਨੇ, ਜੀ ਕਲੇਮ ਕੀਤਾ ਜਾ ਰਿਹਾ, ਜੀ। ਫਿਗਰਾਂ ਬਹੁਤ ਹੈਗੀਆਂ ਨੇ। ਤੇ ਮੈਂ ਕਹਿੰਦਾ ਕਿ ਤੁਸੀਂ ਰਾਤ ਦੀ ਟ੍ਰੇਨ ਫੜ ਕੇ ਦਿੱਲੀ ਸਵੇਰੇ ਪਹੁੰਚੋ ਤੇ ਰਸਤੇ ਵਿੱਚ ਤੁਹਾਨੂੰ ਗੰਦ ਨਜ਼ਰ ਆਏਗਾ, ਲੋਕ ਬੈਠੇ ਨਜ਼ਰ ਆਣਗੇ, ਜੀ ਜੀ ਕੋਈ ਸੁਧਾਰ ਨਹੀਂ ਹੈਗਾ। ਕਿਸੇ ਭਾਰਤ ਦੀ ਕੈਪੀਟਲ ਦੀ ਮੈਂ ਗੱਲ ਕਰ ਰਿਹਾ, ਜੀ ਮੈਂ ਦੂਜੇ ਸ਼ਹਿਰਾਂ ਦੀ ਗੱਲ ਨਹੀਂ ਕਰ ਰਿਹਾ। ਇਹ ਹਰ ਸ਼ਹਿਰ 'ਚ ਹੈਗਾ। ਜੀ ਹਾਂਜੀ ਜੀ ਭੱਟੀ ਸਾਹਿਬ, ਤੁਹਾਡੇ ਤੋਂ ਜਾਣਾਂਗਾ, ਖੇਤੀਬਾੜੀ ਦੀ ਗੱਲ ਕਰੀਏ ਤਾਂ ਕਿਸਾਨਾਂ ਦੇ ਪੱਲੇ ਵੀ ਕੁਝ ਪਿਆ ਆ ਇਸ ਬਜਟ ਦੇ ਵਿੱਚ, ਜਾਂ ਫਿਰ ਕਿਸਾਨਾਂ ਦਾ ਹੱਥ ਜਿਹੜਾ ਆ ਉਹ ਖਾਲੀ ਰਿਹਾ? ਜਿਹੜੀ ਗੱਲ ਪ੍ਰੈਸ ਸਾਹਿਬ ਨੇ ਗੱਲ ਕੀਤੀ ਹੈ ਨਾ ਜੀ, ਛੋਟੀ ਇੰਡਸਟਰੀ ਬਾਰੇ ਕੋਈ ਗੱਲਬਾਤ ਨਹੀਂ ਕੀਤੀ, ਜੀ, ਜੀ। ਜੋ ਕਿ ਕਹਿੰਦੇ ਅਸੀਂ ਜੀ ਤੇ ਛੋਟੀ ਕਿਸਾਨੀ ਬਾਰੇ ਵੀ ਕੁਝ ਨਹੀਂ ਕੀਤਾ ਗਿਆ। ਸਿਰਫ ਕਿਸਾਨੀ ਦਾ ਬਜਟ ਜ਼ਰੂਰ 1.5 ਗੁਣਾ ਕੀਤਾ ਗਿਆ ਵਾ, ਤੇ 1.5 ਗੁਣਾ ਕਰਨ ਦੇ ਬਾਵਜੂਦ ਵੀ ਮੈਂ ਸੋਚਦਾ ਵੀ ਉਹ ਕਿਸਾਨੀ ਦਾ ਘਰ ਪੂਰਾ ਨਹੀਂ ਕਰ ਸਕਦੀ। ਹੁਣ ਤੁਸੀਂ ਪੂਰੇ ਦੇਸ਼ 'ਚ ਕਹਿ ਰਹੇ ਹੋ ਵੀ 20 ਲੱਖ ਜਿਹੜੇ ਸੀ ਸੋਲਰ ਦੇ ਟਿਊਬਲ ਲਾਉਣੇ ਅਸੀਂ, ਜੀ ਉਹਨਾਂ ਦੀ ਕੋਈ ਸਬਸਿਡੀ ਦਾ ਉਹਦੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਜੈਵਿਕ ਖੇਤੀ ਦੀ ਉਹ ਵੀ ਗੱਲ ਕਿਵੇਂ ਕੀਤੀ ਲਾਉਣੇ ਆ ਕਿਵੇਂ ਨਹੀਂ ਲਾਉਣੇ, ਜੀ। ਤੇ 20 ਲੱਖ ਤੁਸੀਂ ਲਾਉਣੇ ਤਾਂ 2 ਕਰੋੜ ਤੇ ਕਿਸਾਨ ਪੰਜਾਬ 'ਚ ਤੁਰਿਆ ਫਿਰਦਾ। ਇਸ ਕਰਕੇ ਤੁਸੀਂ ਜਿਹੜਾ 20 ਲੱਖ ਕਿਹਨੂੰ ਦਿਓਗੇ ਤੁਸੀਂ? ਗੱਲ ਇਹ ਆ ਵੀ ਕੋਈ ਪਾਲਿਸੀ ਮੈਟਰ ਇਹੋ ਜਿਹਾ ਬਣਾਇਆ ਜਾਣਾ ਚਾਹੀਦਾ ਜਿਸ 'ਚ ਕਿਸਾਨੀ ਜੇ ਬਰਬਾਦ ਹੋ ਗਈ, ਕਿਉਂਕਿ ਜਿਹੜੀ ਇੰਡਸਟਰੀ ਹੁੰਦੀ ਆ, ਇੰਡਸਟਰੀ ਨੂੰ ਕਿਹਾ ਜਾਂਦਾ ਵੀ ਉਹ ਕਿਸੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਜਿਹੜੀ ਕਿਸਾਨੀ ਉਹ ਖੁਸ਼ਹਾਲੀ ਦਾ ਪ੍ਰਤੀਕ ਆ। ਤੇ ਇਸ ਵੇਲੇ ਦੋਵੇਂ ਖਤਰੇ, ਜਿਹੜੀ ਗੱਲ ਤੁਸੀਂ ਕੀਤੀ ਲਘੂ ਉਦਯੋਗ ਦੀ, ਲਘੂ ਉਦਯੋਗ ਹੀ ਜਿਹੜਾ ਵਾ, ਛੋਟੀ ਜਿਹੜੀ ਇੰਡਸਟਰੀ ਆ, ਉਹੀ ਜਿਹੜੀ ਆ ਸਮਾਲ ਸਕੇਲ ਇੰਡਸਟਰੀ, ਉਹੀ ਰੁਜ਼ਗਾਰ ਪੈਦਾ ਕਰਦੀ ਆ। ਵੱਡੀ ਇੰਡਸਟਰੀ ਦੇ ਕੰਮ ਬਹੁਤੇ ਮਸ਼ੀਨਰੀ ਨਾਲ ਹੁੰਦੇ ਆ, ਤੇ ਇਸ ਕਰਕੇ ਚਾਹੀਦਾ ਐਸੀ ਵੀ ਛੋਟੀ ਇੰਡਸਟਰੀ ਨੂੰ ਸਰਵਾਈਵ ਕੀਤਾ ਜਾਂਦਾ, ਲੇਕਿਨ ਉਸ ਪਾਸੇ ਉਹ ਬਿਲਕੁਲ ਨਹੀਂ ਆਏ। ਤੇ ਮੈਂ ਸੋਚਦਾ ਵੀ ਇਹ ਕਿਸਾਨ ਨੇ, ਜਿਵੇਂ 20 ਲੱਖ ਤੁਹਾਨੂੰ ਦੱਸਿਆ 20 ਲੱਖ ਟਿਊਬਲ ਲਾਉਣ ਦੀ ਗੱਲ ਕੀਤੀ ਸੋਲਰ ਦੀ, ਉਹਦੇ ਵਿੱਚ ਕਿੰਨਾ ਕਿਸਾਨ ਨੂੰ ਫਾਇਦਾ ਹੋਊਗਾ? ਉਹ ਸਿਰਫ ਉਹੀ ਜਿਹੜੇ ਵੱਡੇ ਵੱਡੇ ਕਿਸਾਨ ਹੈਗੇ ਆ, ਜਿਹਦੀ 100 ਏਕੜ ਜਾਂ 200 ਏਕੜ, ਉਹ ਫਾਇਦਾ ਲੈ ਜਾਣਗੇ। ਜਿਹੜੇ ਛੋਟੇ ਕਿਸਾਨ ਜਿਹੜੇ ਖਤਮ ਹੋ ਰਹੇ, ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਏਗਾ। ਜੀ ਬਜਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਬਜਟ ਦਾ ਫੋਕਸ ਜਿਹੜਾ ਆ ਉਹ ਕਿਸਾਨ ਤੇ ਗਰੀਬ ਦੇ ਉੱਤੇ ਹੈਗਾ ਆ, ਪਰ ਜਿਸ ਹਿਸਾਬ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਕਿਸਾਨਾਂ ਵਾਸਤੇ ਕੁਛ ਇਹ ਜ਼ਰੂਰ ਕਿਹਾ ਗਿਆ ਕਿ ਕਿਸਾਨ ਰੇਲ ਚਲਾਈ ਜਾਵੇਗੀ। ਇੱਕ ਇਹ ਗੱਲ ਠੀਕ ਕਿਸਾਨ ਰੇਲ ਚਲਾਈ ਜਾਏਗੀ, ਕਿਸਾਨ ਰੇਲ ਚਲਾਈ ਜਾਏਗੀ। ਉਹਨੇ ਕਿਹਾ ਜੀ ਤੁਹਾਡੀਆਂ ਜਿਹੜੀਆਂ ਸਬਜ਼ੀਆਂ ਵਗੈਰਾ ਜਿਹੜੀਆਂ ਨਾ, ਉਹਨਾਂ ਦੀ ਕਾਰਟਿੰਗ ਕਰਾਂਗੇ। ਨਾਲ ਉਹਨਾਂ ਨੇ ਕਿਹਾ ਵੀ ਹਵਾਈ ਜਹਾਜ਼ ਵੀ ਇਹੋ ਚਲਾਏ ਜਾਣਗੇ ਜਿਹਦੀ ਕਾਰਟਿੰਗ ਕੀਤੀ ਜਾਊਗੀ। ਤੇ ਗੱਲ ਫਿਰ ਉੱਥੇ ਆਉਂਦੀ ਆ ਜੀ ਵੀ ਉਹਨਾਂ ਨੇ ਉਹ ਜਿਹੜਾ ਪ੍ਰਬੰਧ ਦੇਣਾ, ਉਹ ਸਿਰਫ ਕਾਰਪੋਰੇਟ ਸੈਕਟਰ ਨੂੰ ਦੇਣਾ। ਉਹਦਾ ਬੈਨੀਫਿਟ ਜਿਹੜਾ ਕਾਰਪੋਰੇਟ ਸੈਕਟਰ ਨੂੰ ਹੋਣਾ, ਕਿਸਾਨ ਨੂੰ ਨਹੀਂ ਹੋਣਾ। ਜਾਂ ਤੇ ਕਿਸਾਨਾਂ ਦੀਆਂ ਸਹਿਕਾਰੀ ਸਭਾਵਾਂ ਬਣਾ ਕੇ ਉਹਨਾਂ ਨੇ ਹੈਂਡਓਵਰ ਕੀਤਾ, ਲਓ ਵੀ ਤੁਸੀਂ ਚਲਾਓ ਜੀ, ਫਿਰ ਤੋਂ ਕੀ ਫਾਇਦਾ ਹੈ ਜੂ। ਤੇ ਜੇ ਕਾਰਪੋਰੇਟ ਸੈਕਟਰ ਨੂੰ ਦਿੱਤਾ, ਤੇ ਕਾਰਪੋਰੇਟ ਸੈਕਟਰ ਨੇ ਪਹਿਲਾਂ ਆਪਣਾ ਵੇਖਣਾ ਵੀ ਸਾਨੂੰ ਫਾਇਦਾ ਕਿੱਥੋਂ ਹੁੰਦਾ। ਜੀ ਜੀ ਬਿਲਕੁਲ। ਕਿ ਜਿਵੇਂ ਇਹ ਭੱਟੀ ਸਾਹਿਬ ਨੇ ਗੱਲ ਕੀਤੀ ਹੈ ਨਾ, ਜੀ ਜੀ, ਇਹਦੇ ਨਾਲ ਹੀ ਗੱਲ ਜੁੜੀ ਹੋਈ ਹੈ। ਐਤਕੀ ਬਜਟ ਵਿੱਚ ਇੱਕ ਪੀਪੀਪੀ ਕਰਕੇ ਜ਼ਰੂਰ ਉਹ ਮੈਂ ਪ੍ਰੈਸ ਸਾਹਿਬ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਮੈਂ ਉਹਦਾ ਜ਼ਿਕਰ ਕੀਤਾ ਸੀਗਾ ਕਿ 150 ਟ੍ਰੇਨਸ ਪੀਪੀਪੀ ਮੋਡ ਤੇ ਚਲਾਉਣ ਦਾ ਫੈਸਲਾ ਆਇਆ। ਪੀਪੀਪੀ ਮੈਂ ਚਾਹੂੰਗਾ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਕੀ ਹੈ। ਦੇਖੋ, ਰੇਲਵੇ ਜਿਹੜੀ ਹੈ ਨਾ, ਜੀ, ਇਹ ਪਬਲਿਕ ਸੈਕਟਰ ਦਾ ਹਿੱਸਾ ਹੈ ਜੀ ਬੇਸਿਕਲੀ। ਜੀ, ਮੈਂ ਸਰੋਤਿਆਂ ਨਾਲ ਗੱਲ ਸਾਂਝੀ ਕਰਾਂ। ਜੀ, ਇੱਕ ਹੁੰਦਾ ਪਬਲਿਕ ਸੈਕਟਰ। ਪਬਲਿਕ ਸੈਕਟਰ ਦਾ ਮਤਲਬ ਹੈ ਜਿੱਥੇ ਕਿ ਸਰਕਾਰ ਦੀ ਪੂੰਜੀ ਲੱਗੀ ਹੈ, ਜੀ, ਸਰਕਾਰ ਚਲਾ ਰਹੀ ਹੈ। ਜਿਵੇਂ ਕਿ ਆਪਾਂ ਰੇਲਵੇ ਜਿਹੜਾ ਹੈ ਪਬਲਿਕ ਸੈਕਟਰ ਚ ਆਉਂਦਾ। ਜੀ, ਜਿਵੇਂ ਅਸੀਂ ਡਿਫੈਂਸ ਕਹੀਏ, ਇਹ ਵੀ ਪਬਲਿਕ ਸੈਕਟਰ ਚ ਹੈ। ਜੀ, ਡਿਫੈਂਸ ਦੇ ਮਾਲ ਪ੍ਰੋਡਕਸ਼ਨ ਹੋਣੀ, ਇਹ ਪਬਲਿਕ ਸੈਕਟਰ ਦਾ ਹਿੱਸਾ ਹੈ। ਪਬਲਿਕ ਸੈਕਟਰ ਦੇ ਨਾਲ ਜਿਹੜਾ ਹੈ ਪ੍ਰਾਈਵੇਟ ਸੈਕਟਰ ਨੂੰ ਮਿਕਸ ਕਰਕੇ ਜੀ, ਇੱਕ ਟਰਮ ਕੱਢੀ ਇਹਨਾਂ ਨੇ, PPP। ਜੀ, ਇਹਦਾ ਮਤਲਬ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ। ਜੀ, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ, ਇਹਦਾ ਮਤਲਬ ਹੋ ਗਿਆ ਕਿ ਰੇਲਵੇ ਦੇ ਵਿੱਚ ਜਿਹੜੇ ਪ੍ਰਾਈਵੇਟ ਕਾਰਪੋਰੇਟ ਸੈਕਟਰ ਨੇ, ਜੀ, ਤੇ ਰੇਲਵੇ ਦਾ ਆਪਸ ਦੇ ਵਿੱਚ ਪਾਰਟਨਰਸ਼ਿਪ ਬਣੇਗੀ। ਜੀ, ਹੋਰ ਉਹ ਪਾਰਟਨਰਸ਼ਿਪ ਜਿਹੜੀ ਹੈ ਉਹ ਪਹਿਲਾਂ ਬਣ ਚੁੱਕੀ ਹੈ, ਲੇਕਿਨ ਹੁਣ ਇਹਨਾਂ ਨੇ ਜੀ ਹੈ ਉਹਨੂੰ ਡਾਈਵਰਸੀਫਿਕੇਸ਼ਨ ਕਰਤੀ ਹੈ। ਜੀ, ਡਾਈਵਰਸੀਫਿਕੇਸ਼ਨ ਤੋਂ ਭਾਵ ਹੈਗਾ ਹੈ ਕਿ ਉਹ ਹੁਣ ਆਪਣੇ ਗੁੱਡਸ ਦੀ ਟਰਾਂਸਪੋਰਟੇਸ਼ਨ, ਜਿਹੜੇ ਪੈਰੀਸ਼ੇਬਲ ਗੁੱਡਸ ਹੈਗੇ ਨੇ, ਜਾਂ ਹੋਰ ਕੋਈ ਸਮਾਨ ਜਿਹੜਾ ਕਿ ਰਫਤਾਰ ਦੇ ਨਾਲ ਜਾਂ ਤੇਜ਼ੀ ਨਾਲ ਜਿਹੜਾ ਲੈ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟਰਾਂਸਪੋਰਟ ਕਰਨਾ ਹੁੰਦਾ, ਜੀ, 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 ਹਾਂਜੀ, ਉਹ PPP ਦੇ ਅੰਡਰ ਐਗਰੀਮੈਂਟ ਹੋਣਗੇ। ਜੀ,
ਉਹ ਜਾਂ ਪੀਪੀਪੀ ਦੇ ਅੰਡਰ ਐਗਰੀਮੈਂਟ ਹੋਣਗੇ, ਇਹਦਾ ਮਤਲਬ ਹੈਗਾ ਕਿ ਜਿਹੜੇ ਵੱਡੇ ਘਰਾਣੇ ਨੇ, ਵੱਡੇ ਕਾਰਪੋਰੇਟ ਸੈਕਟਰ ਨੇ, ਜੀ ਉਹਨਾਂ ਨੂੰ ਇਹ ਠੇਕਾ ਦਿੱਤਾ ਜਾਏਗਾ, ਉਹਨਾਂ ਨਾਲ ਪਾਰਟਨਰਸ਼ਿਪ ਕੀਤੀ ਜਾਏਗੀ ਜੀ। ਅਮੀਰ ਹੋਰ ਅਮੀਰ ਹੋ ਜਾਏਗਾ, ਅਮੀਰ ਹੋਰ ਅਮੀਰ ਹੋ ਜਾਏਗਾ। ਉਹ ਚੇਤੇ ਰੱਖਿਓ ਕਿ ਜਦ ਪੀਪੀਪੀ ਦੇ ਅੰਡਰ ਜਦ ਵਰਕਿੰਗ ਹੋਏਗੀ ਨਾ, ਤੇ ਰੇਟ ਵੀ ਜਿਹੜੇ ਨੇ ਨਾ ਜੀ ਉਹ ਕਾਰਪੋਰੇਟ ਸੈਕਟਰ ਨੇ ਡਿਸਾਈਡ ਕਰਨੇ ਨੇ। ਜੀ ਬਿਲਕੁਲ ਉਹ ਰੇਟ ਕਾਰਪੋਰੇਟ ਸੈਕਟਰ ਨੇ ਡਿਸਾਈਡ ਕਰਨੇ ਨੇ। ਬਿਲਕੁਲ। ਆਉਣ ਵਾਲੇ ਸਮੇਂ ਜਿਹਦਾ ਕਿ ਹੁਣ ਤੇਜਸ ਨਾਮ ਦੀ ਗੱਡੀਆਂ ਬਿਲਕੁਲ ਚੱਲ ਇਹੀ ਰਹੀਆਂ ਨੇ। ਇਹੀ ਮੈਂ ਪ੍ਰੋਫੈਸਰ ਤੁਹਾਡੇ ਕੋਲ ਪੁੱਛਣ ਲੱਗਾ ਸੀਗਾ ਕਿ ਤੇਜਸ ਜਿਹੀਆਂ ਟ੍ਰੇਨਾਂ ਦੀ ਗਿਣਤੀ ਵਧਾਈ ਜਾਏਗੀ। ਇੱਕ ਇਸ਼ਾਰਾ ਸਰਕਾਰ ਨੇ ਦੇ ਦਿੱਤਾ ਕਿ ਪ੍ਰਾਈਵੇਟ ਹੋ ਰਿਹਾ ਹੈ ਸਾਰਾ ਕੁਝ। ਤੇਜਸ ਨਾਂ ਦੀਆਂ ਗੱਡੀਆਂ ਜਿਹੜੀਆਂ ਨੇ ਸ਼ਤਾਬਦੀ ਦੇ ਰੂਪ ਦੇ ਵਿੱਚ ਅਹਿਮਦਾਬਾਦ ਤੋਂ ਬੰਬੇ ਤੱਕ ਤੇਜਸ ਸਟਾਰਟ ਹੋ ਗਈ ਹੈ ਜੀ। ਇਸ ਤਰੀਕੇ ਨਾਲ ਤੇਜਸ ਨਾਂ ਦੀਆਂ ਗੱਡੀਆਂ ਜਿਹੜੀਆਂ ਨੇ ਇਹਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਔਰ ਸ਼ਾਇਦ ਮੈਂ ਤੁਹਾਡੇ ਸਰੋਤਿਆਂ ਨੂੰ ਪਤਾ ਹੋਵੇਗਾ ਕਿ ਜਿਹੜੀਆਂ ਤੇਜਸ ਗੱਡੀਆਂ ਨੇ ਜਿਹੜੀਆਂ ਆਲਰੇਡੀ ਟਰੈਕ ਤੇ ਆ ਗਈਆਂ ਨੇ ਜੀ ਉਹ ਟੋਟਲੀ ਜਿਹੜੀਆਂ ਨੇ ਉਹਨਾਂ ਦੇ ਵਿੱਚ ਸੈਫਰਨਾਈਜੇਸ਼ਨ ਹੈ। ਉਹਨਾਂ ਦੀ ਜਿਹੜੀ ਅੰਦਰ ਉਹ ਜਿਹੜਾ ਇਨਫਰਾਸਟ੍ਰਕਚਰ ਹੈ ਨਾ ਅੰਦਰ ਇੰਟੀਰੀਅਰ ਉਹ ਵੀ ਸਾਰਾ ਸੈਫਰਨਾਈਜ਼ਡ ਹੈ ਜੀ। ਟੋਟਲੀ ਕਲਰ ਉਹ ਦੇ ਰਹੇ ਨੇ ਜੀ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਬਿਲਕੁਲ ਭਗਵਾ ਕਰਨ ਦੇ ਰੂਪ ਦੇ ਵਿੱਚ ਸਭ ਕੁਝ ਆ ਰਿਹਾ। ਇਹ ਇੱਕ ਗੱਲ ਹੋਰ ਹੈ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਸਰਕਾਰ ਨੇ ਬਜਟ ਪੇਸ਼ ਕੀਤਾ, ਇਹਦੇ 'ਚ ਇਉਂ ਲੱਗ ਰਿਹਾ ਆ ਕਿ ਜਿਵੇਂ ਸਰਕਾਰ ਅੱਗੇ ਦਿਖਾਈ ਦੇ ਰਹੀ ਆ, ਪਿੱਛੇ ਕੋਈ ਹੋ ਰਿਹਾ ਉਹਦੇ। ਗਿੱਲ ਸਾਹਿਬ ਕੰਮ ਕਰ ਜਿਹੜਾ ਰਿਹਾ। ਇਹ ਹੈ ਨਾ, ਜਿਹੜਾ ਡਾਕਟਰ ਸਾਹਿਬ ਨੇ ਗੱਲ ਕੀਤੀ ਪ੍ਰੈਸ ਸਾਹਿਬ ਨੇ, ਜੀ। ਪਾਰਟਨਰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਜਿਹੜੀ ਹੈ, ਹਾਂਜੀ ਉਹ ਇੱਕ ਸਿੱਧਾ ਰਸਤਾ ਹੈ। ਪਹਿਲਾਂ ਗੁੱਡਸ ਟ੍ਰੇਨ ਨੂੰ ਤੁਸੀਂ ਪ੍ਰਾਈਵੇਟ ਖਰੀਦਦੇ ਹੋ, ਉਸ ਤੋਂ ਬਾਅਦ ਮੁੜ ਕੇ ਰੇਲਵੇ ਦੇ ਦਿਓ ਹੱਥਾਂ ਦੇ ਵਿੱਚ। ਸਹੀ ਜੇ ਰੇਲਵੇ ਦਾ ਪ੍ਰਾਈਵੇਟ ਨੂੰ ਪੂਰਾ ਕਰ ਦੇਣਾ ਵਾ, ਤੇ ਤੁਹਾਨੂੰ ਮੁੜ ਕੇ ਜੇ ਤੁਸੀਂ ਅੱਜ ਸ਼ਤਾਬਦੀ 1000 ਰੁਪਏ ਜਾਂਦੇ ਹੋ ਨਾ ਦਿੱਲੀ, ਤੇ ਫਿਰ ਤੁਹਾਨੂੰ 2500 ਦੇਣੇ ਪੈਣਗੇ ਘੱਟੋ ਘੱਟ। ਉਹਨਾਂ ਨੇ ਆਪਣਾ ਫਾਇਦਾ ਵੇਖਣਾ। ਕਾਰਪੋਰੇਟ ਸੈਕਟਰ ਦਾ ਫਾਇਦਾ ਕਿੱਥੋਂ ਹੁੰਦਾ ਵਾ? ਉਹਨਾਂ ਨੂੰ ਇਹ ਨਹੀਂ ਗੱਲ ਵੀ ਕਿਸੇ ਸਹੂਲਤ ਮਿਲਦੀ ਕਿ ਨਹੀਂ ਮਿਲਦੀ, ਉਹਨੇ ਫਾਇਦੇ ਦੀ ਗੱਲ ਕਰਨੀ ਹੈ ਜੀ। ਇਸ ਕਰਕੇ ਉਹਨਾਂ ਦਾ ਕੰਮ ਜਿਹੜਾ ਵਾ ਇਸ ਵੇਲੇ ਪੂਰਾ ਪ੍ਰਾਈਵੇਟਾਈਜ਼ ਚੱਲ ਲੱਗਾ ਵਾ। ਕਾਰਪੋਰੇਟ ਨੂੰ ਜਿਹੜਾ ਵਾ ਉਹ ਪ੍ਰਭਾਵਸ਼ਾਲੀ ਬਣਾ ਰਹੇ ਨੇ। 에어ਪੋਰਟ ਵੀ ਪ੍ਰਾਈਵੇਟ ਹੋ ਰਹੇ ਆ, 에어ਪੋਰਟ ਵੀ ਹੋ ਰਹੇ ਨੇ। ਇਸ ਕਰਕੇ ਜੇ ਸਾਰਾ ਪ੍ਰਾਈਵੇਟ ਹੋ ਗਿਆ ਤੇ ਫਿਰ ਪਬਲਿਕ ਸੈਕਟਰ ਖਤਮ ਹੋ ਗਿਆ। ਪਬਲਿਕ ਸੈਕਟਰ ਹੁੰਦਾ ਜਿਹੜੀ ਕਮਾਈ ਆ ਪਬਲਿਕ ਤੇ ਲੱਗਦੀ ਹੈ। ਕਾਰਪੋਰੇਟ ਸੈਕਟਰ ਜਿਹੜੀ ਆ ਕਮਾਈ ਜਿਹੜੀ ਆ ਉਹ ਮਾਲਕ ਦੇ ਘਰ ਚਲੀ ਜਾਂਦੀ ਸਾਰੀ। ਜੀ ਜੀ ਜੀ। ਇਸ ਕਰਕੇ ਅਸੀਂ ਸੋਚਦੇ ਆ ਵੀ ਇਹ ਬਜਟ ਦੇ ਵਿੱਚ ਜੋ ਕੁਝ ਕੀਤਾ ਗਿਆ ਵਾ, ਇਹ ਪ੍ਰਾਈਵੇਟਿਜ਼ਮ ਨੂੰ ਜ਼ਿਆਦਾ ਬੜਾਵਾ ਦਿੱਤਾ ਗਿਆ ਜੀ। ਪ੍ਰੋਫੈਸਰ ਸਾਹਿਬ, ਹੈਲਥ ਦੀ ਗੱਲ ਕਰੀਏ, ਸਭ ਤੋਂ ਵੱਡੀ ਲੋੜ ਜਿਹੜੀ ਆ ਲੋਕਾਂ ਦੀ ਹੈਲਥ ਨੂੰ ਲੈ ਕੇ ਗੱਲਾਂ ਜਿਹੜੀਆਂ ਉਹ ਚੱਲਦੀਆਂ। ਬਹੁਤ ਸਾਰੇ ਲੋਕ ਇਲਾਜ ਦੇ ਪੱਖੋਂ ਹੀ ਮਰ ਜਾਂਦੇ ਆ। ਬਜਟ ਦੇ ਵਿੱਚ ਜਿਹੜਾ ਆ ਉਹ ਪਿਛਲੀ ਵਾਰਾਂ ਨੂੰ ਥੋੜ੍ਹਾ ਜਿਹਾ ਹੀ ਵਧਾਇਆ ਗਿਆ ਆ। ਪਿਛਲੀ ਵਾਰ ਸ਼ਾਇਦ ਹੈਗਾ ਸੀਗਾ 62,000 ਕਰੋੜ ਸੀਗਾ, ਤੇ ਐਰਕੀ 69,000 ਕਰੋੜ ਕਰ ਦਿੱਤਾ ਉਹਦਾ। ਇਹਦਾ ਕੀ ਤੁਸੀਂ ਸਮਝਦੇ ਹੋ ਕਿ ਹੈਲਥ ਵਾਸਤੇ ਕੁਝ ਖਾਸ ਕੀਤਾ ਗਿਆ ਆ, ਜਾਂ ਫਿਰ ਬਸ ਅੰਕੜਿਆਂ ਦੇ ਵਿੱਚ ਹੀ ਥੋੜਾ ਹੇਰ-ਫੇਰ ਹੋਇਆ? ਦੇਖੋ ਇੱਦਾਂ ਹੈ ਕਿ ਜਿਹੜੀਆਂ ਸਾਡੀਆਂ ਦੋ ਪ੍ਰਾਇੋਰਟੀ ਆਈਟਮਸ ਨੇ, ਜੀ ਜੀ, ਇੱਕ ਹੈਲਥ, ਐਜੂਕੇਸ਼ਨ, ਦੂਸਰਾ ਐਜੂਕੇਸ਼ਨ। ਜੀ ਬਿਲਕੁਲ। ਮੇਰੇ ਜ਼ਹਿਨ ਦੇ ਮੁਤਾਬਕ ਇਸ ਵਾਰੀ 99,300 ਕਰੋੜ ਰੁਪਈਆ ਐਜੂਕੇਸ਼ਨ ਤੇ ਰੱਖਿਆ, ਅਗਰ ਮੈਂ ਗਲਤ ਨਹੀਂ ਤਾਂ। ਜੀ ਜੀ ਜੀ। ਤੇ ਇੰਨਾ ਰੱਖਿਆ ਦਰਅਸਲ ਦੇ ਵਿੱਚ ਜੀ ਜਿਸ ਹਿਸਾਬ ਦੇ ਨਾਲ ਜੀ ਇੰਡੀਆ ਦੇ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਆ ਰਹੀਆਂ ਨੇ ਜੀ, ਉਹ ਤਾਂ ਸਾਰਾ ਦਾ ਸਾਰਾ ਕਾਰਪੋਰੇਟ ਸੈਕਟਰ, ਪ੍ਰਾਈਵੇਟ ਸੈਕਟਰ ਆ ਗਿਆ। ਹਾਂਜੀ ਬਿਲਕੁਲ। ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਪ੍ਰਾਇਮਰੀ ਐਜੂਕੇਸ਼ਨ ਦਾ ਕੋਈ ਵੀ ਇੱਕ ਸਟੈਂਡਰਡ ਮਾਡਲ ਜੀ 7 ਸਾਲਾਂ ਦੇ ਵਿੱਚ ਬੀਜੇਪੀ ਸਰਕਾਰ ਨੇ ਕੋਈ ਤਿਆਰ ਨਹੀਂ ਕੀਤਾ ਜੀ। ਮੈਂ ਕੇਜਰੀਵਾਲ ਦੇ ਵੱਲੋਂ ਜੋ ਐਜੂਕੇਸ਼ਨ ਦਾ ਜੋ ਮਾਡਲ ਤਿਆਰ ਕੀਤਾ, ਜੋ ਇਨਫਰਾਸਟ੍ਰਕਚਰ ਤਿਆਰ ਕੀਤਾ, ਮੈਨੂੰ ਦਿੱਲੀ ਜਾ ਕਰਕੇ ਮੌਕਾ ਮਿਲਿਆ 1-2 ਸਕੂਲਸ ਵਿਜ਼ਿਟ ਕਰਨ ਦਾ, ਔਰ ਮੈਂ ਦੇਖਿਆ ਕਿ ਉਹ ਜਿਹੜੇ ਸਰਕਾਰੀ ਸਕੂਲ ਨੇ ਕੇਜਰੀਵਾਲ ਨੇ, ਉਹਨਾਂ ਸਰਕਾਰੀ ਸਕੂਲਾਂ ਦਾ ਸਟੈਂਡਰਡ ਜਿਹੜਾ ਨਾ ਜੀ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਬੈਟਰ ਕਰਦਾ। ਅੱਜ ਵੀ ਲੋਕ ਕਮੈਂਟਸ ਦੇ ਵਿੱਚ ਇਹ ਕਹਿ ਰਹੇ ਸੀਗੇ ਕਿ ਤੁਸੀਂ ਬਜਟ ਪੇਸ਼ ਕਰ ਰਹੇ ਹੋ, ਆ ਵੀ ਚੀਜ਼ ਜਿਹੜੀ ਆ ਤੁਸੀਂ ਫ੍ਰੀ ਨਹੀਂ ਦੇ ਰਹੇ, ਦਿੱਲੀ 'ਚ ਫ੍ਰੀ ਆ ਹੈਲਥ ਜਿਹੜੀ ਆ, ਜੇ ਕੋਈ ਇਲਾਜ ਕਰਾਉਣਾ ਉਹ ਫ੍ਰੀ ਆ। ਹੋਰ ਵੀ ਬਹੁਤ ਸਾਰੀਆਂ, ਬਿਜਲੀ ਦੀ ਗੱਲ ਕਰਦੇ ਜਾਂ ਹੋਰ ਵੀ, ਹਾਂ ਐਜੂਕੇਸ਼ਨ ਦੀ। ਹੁਣ ਦੇਖਿਆ ਜਾਏ ਕਿ ਉਸ ਨੇ ਹੈਲਥ ਸੈਕਟਰ ਨੂੰ ਵੀ ਪ੍ਰਮੋਟ ਕਰਤਾ ਜੀ ਕੇਜਰੀਵਾਲ ਨੇ। ਜੀ ਜੀ। ਉਹਨੇ ਐਜੂਕੇਸ਼ਨ ਸੈਕਟਰ ਨੂੰ ਵੀ ਪ੍ਰਮੋਟ ਕੀਤਾ। ਲੇਕਿਨ ਪਿਛਲੇ ਸਾਲ ਦੇ ਬਜਟ ਨੂੰ ਵੀ ਦੇਖ ਲਈਏ ਤੇ ਇਸ ਸਾਲ ਦੇ ਬਜਟ ਨੂੰ ਦੇਖ ਲਈਏ ਯੂਨੀਅਨ ਗਵਰਨਮੈਂਟ ਦੇ ਜੀ, ਬਜਟ ਦੇ ਨਾਲ ਇੱਕ ਸਾਨੂੰ ਮਾਡਲ ਦੇਣ ਦੀ ਲੋੜ ਹੁੰਦੀ ਹੈ ਜੀ ਕਿ ਵੀ ਸਾਡਾ ਐਜੂਕੇਸ਼ਨ ਦਾ ਇਹ ਮਾਡਲ ਹੋਏਗਾ, ਇਹ ਸਟੈਂਡਰਡ ਹੋਏਗਾ, ਔਰ ਅਸੀਂ ਐਜੂਕੇਸ਼ਨ ਦੇ ਸਟੈਂਡਰਡ ਨੂੰ ਇੱਥੋਂ ਚੁੱਕ ਕੇ ਇੱਥੇ ਤੱਕ ਲੈ ਕੇ ਜਾਵਾਂਗੇ। ਹੈ ਜੀ, ਉਹ ਵਿਜ਼ਨ ਬਿਲਕੁਲ ਮਿਸਿੰਗ ਹੈ। ਇਹ ਆંકੜਿਆਂ ਦੀ ਖੇਡ ਹੈ ਸਾਰੀ। ਜੀ ਜੀ ਜੀ, ਇਹ ਆંકੜੇ ਦੀ ਖੇਡ ਹੈ। ਇਹਦੇ ਵਿੱਚ ਦਰਸ਼ਕ ਚੀਜ਼ ਹੋ ਰਹੀ ਆ। ਹਾਂਜੀ।
ਇੱਥੇ ਹੈਲਥ ਮਿਨਿਸਟਰ ਜਦੋਂ ਲਕਸ਼ਮੀ ਚਾਵਲਾ ਸੀ ਪੰਜਾਬ ਦੇ ਵਿੱਚ ਨਾ, ਜੀ ਇਹਨਾਂ ਦੀ ਇੱਕ ਪ੍ਰੈਸ ਕਾਨਫਰੰਸ ਸੀ ਤੇ ਸਾਰੇ ਡਾਕਟਰ ਬੈਠੇ ਸੀ, ਡਾਇਰੈਕਟਰ ਬੈਠੇ ਸੀ, ਸੈਕਟਰੀ ਬੈਠੇ ਸੀ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਜਦੋਂ ਕਿਤੇ ਪਹਿਲਾਂ 1970-60 ਦੀ ਗੱਲ ਕਰਦੇ ਆ ਤਾਂ ਉਦੋਂ ਘੱਟੋ ਘੱਟ 30% ਬਜਟ ਜਿਹੜਾ ਸੀ ਐਜੂਕੇਸ਼ਨ ਦਾ ਹੁੰਦਾ ਸੀ। ਜੀ ਉਹ ਕਹਿੰਦੀ ਨਹੀਂ ਹੋ ਸਕਦਾ। ਮੈਂ ਕਿਹਾ ਨਹੀਂ ਹੋ ਸਕਦਾ, ਕੋਈ ਗੱਲ ਨਹੀਂ। ਮੈਂ ਕਿਹਾ ਮੈਨੂੰ ਇਹ ਦੱਸ ਦਿਓ, ਤੁਹਾਡੇ ਡਾਇਰੈਕਟਰ ਬੈਠੇ ਆ ਵੀ ਤੁਹਾਡੀ ਇਸ ਵੇਲੇ ਡਿਮਾਂਡ ਕਿੰਨੀ ਹੈ, ਤੁਹਾਨੂੰ ਬਜਟ ਕੋਈ ਕਰਨਾ ਵਾ। ਉਹ ਕਹਿੰਦਾ ਜੀ ਸਾਡੇ ਕੋਲੇ 0.98% ਬਜਟ ਆ, ਜੀ 1% ਵੀ ਨਹੀਂ ਹੈਗਾ। ਤੇ ਘੱਟੋ ਘੱਟ ਜੇ ਸਾਡੇ ਕੋਲ 3% ਪੂਰੇ ਬਜਟ ਦਾ ਹਿੱਸਾ ਹੋਵੇ ਤੇ ਫਿਰ ਸਾਡਾ ਕੰਮ ਚੱਲਦਾ ਵਾ। ਇੱਥੇ ਵੀ ਇਹੋ ਹਾਲ ਆ। ਐਜੂਕੇਸ਼ਨ ਤੇ ਹੈਲਥ ਜਿਹੜੀਆਂ ਜੋ ਸਾਡੀਆਂ ਮੁੱਢਲੀਆਂ ਲੋੜਾਂ ਨੇ, ਸਾਡਾ ਫੰਡਾਮੈਂਟਲ ਰਾਈਟ ਹੈ ਸਰਕਾਰ ਕੋਲ ਲੈਣ ਦਾ, ਉਹਦੇ ਉੱਤੇ ਜਿਹੜਾ ਖਰਚਾ ਕੀਤਾ ਗਿਆ, ਤੁਸੀਂ ਕਿਹਾ ਜਿਹੜਾ 62,000 ਕਰੋੜ ਦੀ ਗੱਲ ਕਰਦੇ ਹੋ ਜਾਂ 69,000 ਕਰੋੜ ਦੀ ਗੱਲ ਕਰਦੇ ਹੋ, ਉਹ ਸੋਚਦਾ ਵੀ ਇਥੋਂ ਦੀ ਪਾਪੂ ਦੇ ਹਿਸਾਬ ਨਾਲ ਬਹੁਤ ਘੱਟ ਆ। ਉਹ ਇੱਕ ਲੁੱਟਣ ਦਾ ਮੌਕਾ ਇੱਕ ਹੋਰ ਦਿੱਤਾ ਸਰਕਾਰ ਨੇ ਪ੍ਰਾਈਵੇਟ ਹਸਪੀਟਲਸ ਨੂੰ, ਕਿ ਤੁਸੀਂ ਜੋ ਕਰੋ, ਜੋ ਮਰਜ਼ੀ ਕਰੋ, ਕੋਈ ਪੁੱਛਦਾ ਨਹੀਂ। ਬਿਲਕੁਲ ਅੱਜ ਦੀ ਡੇਟ ਦੇ ਵਿੱਚ ਵੀ ਬਹੁਤ ਸਾਰੀਆਂ ਮੌਤਾਂ ਇਲਾਜ ਖਨੋ ਹਿੰਦੁਸਤਾਨ ਚ ਹੋ ਰਹੀਆਂ ਤੇ ਗਾਂ ਹੋਣੀਆਂ। ਜੀ 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 ਪ੍ਰੈਸ ਸਾਹਿਬ, ਇੱਕ ਗੱਲ ਹੋਰ ਬੜੀ ਹਾਸੋਹੀਣੀ ਲੱਗੀ ਕਿ ਪਹਿਲਾਂ ਇੱਕ ਚਰਚਾ ਦੇ ਵਿੱਚ ਇਹ ਸੀਗਾ ਕਿ ਜੇ ਬੈਂਕ ਡੁੱਬ ਜਾਂਦਾ ਤੇ ਤੁਹਾਡਾ 1 ਲੱਖ ਰੁਪਈਆ ਸਿਕਿਉਰ ਆ, ਉਹ ਤੁਹਾਨੂੰ ਮਿਲ ਜਾਏਗਾ। ਅੱਜ ਇਹ ਕਹਿਤਾ ਵੀ 5 ਹੁਣ ਸਿਕਿਉਰ ਆ, 5 ਲੱਖ ਤੁਹਾਨੂੰ ਮਿਲ ਜਾਏਗਾ ਜੇ ਬੈਂਕ ਡੁੱਬ ਜਾਂਦਾ। ਤੇ ਤੁਸੀਂ ਬੈਂਕ ਦੀ ਗੱਲ ਕੀਤੀ ਹੈ ਨਾ, ਜੀ ਜੀ ਮੈਂ ਇੱਕ ਕਾਮਰਸ ਦੇ ਟੀਚਰ ਹੋਣ ਦੇ ਨਾਤੇ ਜੀ ਤੁਹਾਡੇ ਸਰੋਤਿਆਂ ਨਾਲ ਇੱਕ ਗੱਲ ਸਾਂਝੀ ਕਰਾਂਗਾ। ਜੀ ਇੱਕ ਸ਼ਬਦ ਹੈਗਾ NPA, ਜਿਹਨੂੰ ਕਿ ਅਸੀਂ ਕਹਿੰਦੇ ਹਾਂ ਨਾਨ ਪਰਫਾਰਮਿੰਗ ਐਸੈਟਸ। ਜੀ ਹਾਂਜੀ, ਪੱਟੀ ਸਾਹਿਬ ਨੂੰ ਸਾਰਾ ਪਤਾ ਇਸ ਗੱਲ ਬਾਰੇ। ਜੀ ਮੈਂ ਹੋਰ ਸੌਖੇ ਸ਼ਬਦਾਂ 'ਚ ਗੱਲ ਕਰ ਦਿੰਦਾ। ਜੀ ਨਾਨ ਪਰਫਾਰਮਿੰਗ ਐਸੈਟ ਉਹ ਹੁੰਦੀ ਹੈ ਬੈਂਕ ਵਿੱਚ, ਜਿਵੇਂ ਕਿ ਬੈਂਕ ਨੇ ਕਿਸੇ ਨੂੰ ਕਰਜ਼ਾ ਦਿੱਤਾ ਹੈ ਜੀ 100 ਕਰੋੜ ਦਾ, ਮੰਨ ਲਓ 100 ਕਰੋੜ ਦਾ ਕਰਜ਼ਾ ਦਿੱਤਾ ਹੈ ਤੇ ਉਹ ਉਹਦੇ ਕੋਲ ਰਿਕਵਰੀ ਨਹੀਂ ਹੋ ਰਹੀ ਜੀ ਹੈ, ਵਿਆਜ ਵੀ ਨਹੀਂ ਆ ਰਿਹਾ ਜੀ, ਤਾਂ ਉਹ ਜੇ ਮੂਲ ਵੀ ਨਹੀਂ ਆ ਰਿਹਾ, ਵਿਆਜ ਵੀ ਨਹੀਂ ਆ ਰਿਹਾ, ਉਹ ਬਣ ਗਿਆ ਬੈਂਕ ਵਾਸਤੇ NPA ਜੀ, ਨਾਨ ਪਰਫਾਰਮਿੰਗ ਐਸੈਟ ਜੀ। ਭਾਰਤ ਦੇ ਵਿੱਚ ਚੇਤੇ ਰੱਖਿਓ, ਇਹ ਟਰਮ 1992 ਦੇ ਵਿੱਚ ਜੀ ਇਹ ਟਰਮ ਇਸਤੇਮਾਲ ਕੀਤੀ ਗਈ ਸੀ। ਮਨਮੋਹਨ ਸਿੰਘ ਉਸ ਵੇਲੇ ਫਾਈਨਾਂਸ ਮਿਨਿਸਟਰ ਸੀਗਾ ਜੀ। ਉਹਦੇ ਬਾਅਦ ਜਦੋਂ ਦੀ ਇਹ ਮੋਦੀ ਸਰਕਾਰ ਆਈ ਹੈ 7 ਸਾਲਾਂ ਵਿੱਚ, ਚਾਹੇ ਉਹ ਪਬਲਿਕ ਸੈਕਟਰ 'ਚ ਬੈਂਕ ਨੇ, ਚਾਹੇ ਪ੍ਰਾਈਵੇਟ ਸੈਕਟਰ 'ਚ ਬੈਂਕ ਨੇ, ਉਹਨਾਂ ਦਾ NPA ਅਰਬਾਂ ਰੁਪਇਆ ਵੱਧ ਗਿਆ। ਉਹ ਅਸੀਂ ਦੇਖ ਰਹੇ ਹਾਂ ਕਿੰਨੇ ਕੁ ਲੋਕੀ ਸਰਕਾਰ ਦੇ ਕੋਲੋਂ ਪੈਸਾ ਲੈ ਕਰਕੇ ਦੇਸ਼ ਛੱਡ ਕੇ ਭੱਜ ਗਏ। ਬਿਲਕੁਲ ਬੈਂਕ ਹੁਣ ਅੱਜ ਦਾ ਜਿਹੜਾ ਬਜਟ, ਮੈਂ ਅੱਜ ਦੇ ਬਜਟ ਦੀ ਗੱਲ ਕਰਾਂ ਜੀ, ਅੱਜ ਦੇ ਬਜਟ ਦੇ ਵਿੱਚ ਜਿਹੜਾ ਮੈਂ ਸੁਣਿਆ ਸਾਰਾ ਲੈਕਚਰ ਤੇ ਸਾਰਾ ਕੁਝ ਦੇਖਿਆ ਜੀ, ਕਿ NPA ਨੂੰ ਕਿਵੇਂ ਚੈੱਕ ਕਰਨਾ ਹੈ, ਹਾਂਜੀ, ਕਰਬ ਕਿਵੇਂ ਕਰਨਾ, ਰੋਕਣਾ ਕਿਵੇਂ ਹੈ, ਤੇ ਉਹਦੀ ਅਕਾਊਂਟੇਬਿਲਿਟੀ ਕਿਹੜੇ ਤੇ ਫਿਕਸ ਕਰਨੀ ਹੈ, ਕੋਈ ਵੀ ਐਸਾ ਪ੍ਰੋਵੀਜ਼ਨਸ ਨਹੀਂ ਹੈ। ਇਹਦੇ 'ਚ ਬੈਰ ਸਾਹਿਬ ਇਹ ਵੀ ਗੱਲ ਆਉਂਦੀ ਹੈ ਕਿ ਜਿਹੜਾ ਮਿਹਨਤ ਕਰਕੇ ਪੈਸਾ ਆਪਣਾ ਜੋੜ ਰਿਹਾ ਜਾਂ ਬੈਂਕ ਦੇ ਵਿੱਚ ਜਮ੍ਹਾਂ ਕਰਾ ਰਿਹਾ, ਕੱਲ ਨੂੰ ਕਿ ਉਹਦਾ ਪੈਸਾ ਲੈ ਕੇ ਭੱਜ ਜਾਂਦਾ ਵਾ ਤੇ ਨਾ ਸਰਕਾਰ ਜ਼ਿੰਮੇਵਾਰ ਨਾ ਬੈਂਕ, ਨਾ ਸਰਕਾਰ ਜ਼ਿੰਮੇਵਾਰ ਨਾ ਬੈਂਕ ਜ਼ਿੰਮੇਵਾਰ। ਜੀ, ਯਾਦ ਰੱਖਿਓ ਜੀ ਕਿ USSR ਜੀ ਜਿਹੜਾ ਸੀਗਾ ਸੋਵੀਅਤ ਸੰਘ, ਜੀ ਹਾਂਜੀ ਪੱਟੀ ਸਾਹਿਬ, ਯੂਨੀਅਨ ਸੋਸਾਇਟੀ, ਉਹ ਕੋਈ ਟੋਪਾਂ ਟੈਂਕਾਂ ਦੇ ਨਾਲ ਨਹੀਂ ਟੁੱਟਿਆ ਸੀਗਾ। ਜੀ ਜੀ, ਉਹਦੇ ਤੇ ਕਿਸੇ ਨੇ ਰਾਕਟ ਨਹੀਂ ਚਲਾਏ ਸੀਗੇ, ਆਰਥਿਕ ਕਿਸੇ ਨੇ ਕਿਸੇ ਪ੍ਰਕਾਰ ਦਾ ਕੋਈ ਹਮਲਾ ਨਹੀਂ ਕੀਤਾ ਸੀਗਾ। ਜੀ ਪੱਟੀ ਸਾਹਿਬ ਬਿਲਕੁਲ ਠੀਕ ਹੈ, ਤੁਹਾਨੂੰ ਪਤਾ ਸਾਰੀ ਗੱਲ ਦਾ। ਤੇ USSR ਖੰਡਿਤ ਹੋਇਆ ਵੱਖ-ਵੱਖ ਹਿੱਸਿਆਂ ਦੇ ਵਿੱਚ, ਤੇ ਉਹਦੇ ਪਿੱਛੇ ਰੀਜ਼ਨ ਜੀ, ਇੱਕ ਬੜਾ ਵੱਡਾ ਰੀਜ਼ਨ ਸੀਗਾ ਇਕਨੋਮਿਕ ਕੋਲੈਪਸ। ਜੀ ਜੀ ਜੀ, ਬਿਲਕੁਲ ਇਕਨੋਮਿਕ ਕੋਲੈਪਸ। ਜੀ ਜੀ, ਅੱਜ ਇਕਨੋਮਿਕ ਕੋਲੈਪਸ ਵਾਲੇ ਪਾਸੇ ਦੇਸ਼ ਨੂੰ ਧੱਕਿਆ ਜਾ ਰਿਹਾ, ਹੋਰ ਉਸ ਪਾਸੇ ਕੋਈ ਵੀ ਵਿਚਾਰ ਕਰਨ ਲਈ ਤਿਆਰ ਨਹੀਂ। ਕਿਉਂ? ਕਿਉਂਕਿ ਮੀਡੀਆ 'ਚ ਮੁੱਦਾ ਇਹ ਹੁੰਦਾ ਕਿ ਭਈ ਮੁਸਲਮਾਨ, ਹਿੰਦੂ, ਮਸਜਿਦ ਤੇ ਮੰਦਿਰ, ਇਹੋ ਪਾਕਿਸਤਾਨ, ਹਿੰਦੁਸਤਾਨ। ਤੁਸੀਂ ਵੇਖ ਲੈਣਾ ਕਿ ਇਹਨਾਂ ਚੈਨਲਾਂ ਦੇ ਉੱਤੇ ਜਿਹੜੀ ਕੰਸਟਰਕਟਿਵ ਟਾਕ ਹੈ ਨਾ, ਉਸ ਪ੍ਰਕਾਰ ਦੀ ਟਾਕ ਜਿਹੜੀ ਹੈ ਨਹੀਂ ਕੀਤੀ ਜਾਂਦੀ। ਜੀ ਜੀ, ਉਸ ਪਾਸੇ ਧਿਆਨ ਨਹੀਂ ਲਿਆ ਜਾਂਦਾ। ਪ੍ਰੋਫੈਸਰ ਜਿਹੜੀ ਲੈ ਕੇ ਜਾ ਰਹੇ ਨੇ ਜੀ ਆਪਣੀਆਂ ਕਹਿੰਦੇ 5 ਟ੍ਰਿਲੀਅਨ ਦੀ ਗੱਲ ਕਰਦੇ, ਡਾਲਰ ਦੀ ਗੱਲ ਕਰਦੇ ਆ ਇਕਨੋਮੀ ਨੂੰ ਲੈ ਕੇ ਜਾਣ ਦੀ ਗੱਲ, ਹਾਂਜੀ, ਕਿ ਇਹ ਪੂਰੀ ਕਰ ਸਕਣਗੇ ਜਿਸ ਤਰੀਕੇ ਨਾਲ ਦਾਅਵਾ ਕਰਦੇ? ਨਹੀਂ ਜੀ, ਬਿਲਕੁਲ ਨਹੀਂ ਕਰ ਸਕਣਗੇ। ਮੈਂ ਅੱਜ ਜਿਹੜਾ ਨਾ ਬਜਟ ਜਿਹੜਾ ਆਇਆ ਉਹਦੇ ਬਾਅਦ ਕਿ ਫਾਰਮਰ ਜਿਹੜੇ ਸੀਗੇ ਵਾਈਸ ਚੇਅਰਮੈਨ ਮੋਂਟੇਕ ਆਲੂਵਾਲੀਆ, ਜੀ ਜੀ, ਮੈਂ ਉਹਨਾਂ ਦੇ ਵਿਚਾਰ ਸੁਣ ਰਿਹਾ ਸੀਗਾ ਕਿਸੇ ਚੈਨਲ ਤੋਂ। ਤੋਂ ਮੋਂਟੇਕ ਆਲੂਵਾਲੀਆ ਨੂੰ ਪੁੱਛਿਆ ਗਿਆ ਕਿ ਬਈ ਤੁਸੀਂ ਦੱਸੋ
ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਜਟ ਜਿਹੜਾ ਹੈ ਅਗਲੇ ਕੁਆਟਰ ਦੇ ਵਿੱਚ ਕੋਈ GDP ਨੂੰ ਇੰਪਰੂਵ ਕਰਨ ਦੇ ਚਾਂਸਸ ਹੈਗੇ ਨੇ। ਹਾਂਜੀ, ਜੀ। ਉਹਨਾਂ ਦਾ ਆਨਸਰ ਨੈਗੇਟਿਵ ਸੀਗਾ ਜੀ। ਉਹਨਾਂ ਨੇ ਕਿਹਾ ਜੀ ਕਿ GDP ਆਉਣ ਵਾਲੇ ਸਮੇਂ ਦੇ ਵਿੱਚ ਹੋਰ ਫਾਲ ਕਰਨ ਦੇ ਚਾਂਸਸ ਜ਼ਿਆਦਾ ਨੇ। ਜੀ। ਹਾਂਜੀ, ਮਤਲਬ ਇੱਕ ਇਕਨੋਮਿਕ ਐਕਸਪਰਟ ਜਿਹੜੇ ਨੇ ਉਹ ਇਹ ਵਿਚਾਰ ਦੇ ਰਹੇ ਨੇ, ਔਰ ਮੇਰੇ ਖਿਆਲ ਮੁਤਾਬਕ ਹੀ ਇਜ਼ ਨਾਟ ਐਫੀਲੀਏਟਡ ਟੂ ਐਨੀ ਪੋਲੀਟੀਕਲ ਪਾਰਟੀ। ਅਜੇ ਡਾਕਟਰ ਮਨਮੋਹਨ ਜਿਹੜੀ ਸਿੰਘ ਦੀ ਤੁਸੀਂ ਗੱਲ ਸਟੇਟਮੈਂਟ ਕਰਦੇ ਬਾਕੀ ਦੀ ਕਿਸਾਨਾਂ ਦੀ ਦੁੱਗਣੀ ਆਮਦਨ ਦੀ ਗੱਲ ਕੀਤੀ ਜਾ ਰਹੀ ਹੈ ਜੀ 2022 ਤੱਕ ਜਾਂ 24 ਤੱਕ ਦੁੱਗਣੀ ਕਰ ਦਿਆਂਗੇ ਜੀ। ਇਹ ਪੋਸੀਬਿਲਿਟੀ ਹੈਗੀ ਕੋਈ ਕਿਸੇ ਕਿਸਮ ਦੀ? ਜਦੋਂ ਸਾਡੀ GDP ਇੰਨੀ ਠਾਂ ਜਾ ਰਹੀ ਹੈ ਇਸ ਵੇਲੇ ਮੇਰੇ ਕੋਲ 4.8 ਹਾਂਜੀ, ਤੇ 4.8 ਤੇ ਇਹ ਕਹਿੰਦੇ ਜੀ ਸਾਡੀ 6.6 ਐਤਕੀ ਹੋ ਜਾਏਗੀ ਇਹ ਹੋ ਸਕਦੀ ਭੱਟੀ ਸਾਹਿਬ ਜਿਸ ਆਉਣ ਵਾਲੇ ਤਰ੍ਹਾਂ ਸਮੇਂ ਦੇ ਵਿੱਚ। ਪ੍ਰੈਸ ਸਾਹਿਬ ਨੇ ਕਿਹਾ ਨਾ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਕਿਸਾਨਾਂ ਦੀ ਦੁੱਗਣੀ ਆਮਦਨ ਹੋ ਜਾਏਗੀ। ਇਹ ਤਾਂ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਦੀ ਇਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਤਪਾਦ ਨੂੰ ਵਧਾਉਣ ਵਾਸਤੇ ਜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਇਨਵੈਸਟਮੈਂਟ। ਹੋਰ ਯਾਦ ਰੱਖਣਾ, ਬਿਜ਼ਨਸਮੈਨ ਚਾਹੇ ਉਹ ਆਪਣੇ ਇੰਡੀਆ ਚੋਂ ਹੈ ਚਾਹੇ ਉਹ ਫੋਰਨ ਤੋਂ ਹੈ, ਜੀ, ਉਹ ਤੁਹਾਡੇ ਕੋਲ FDI ਇਨਵੈਸਟਮੈਂਟ ਲੈ ਕਰਕੇ ਤਾਂ ਆਏਗਾ ਜੇਕਰ ਦੇਸ਼ ਦੇ ਵਿੱਚ ਇੱਕ ਕਮਿਊਨਲ ਹਾਰਮੋਨੀ ਹੋਏਗੀ। ਦੇਸ਼ ਦੇ ਵਿੱਚ ਜਿਹੜੀ ਇਸ ਵੇਲੇ ਹਾਲਾਤ ਨੇ, ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਕਿਧਰੇ CAA ਦਾ ਚੱਕਰ ਪੈ ਰਿਹਾ ਹੈ, ਕਿਧਰੇ ਵਿਦਿਆਰਥੀਆਂ ਨਾਲ ਕਨਫਰੰਟੇਸ਼ਨ ਹੋ ਰਹੀ ਹੈ, ਕਿਧਰੇ 370 ਦਾ ਰੌਲਾ ਪੈ ਰਿਹਾ ਹੈ। ਫੋਰਨ ਇਨਵੈਸਟਮੈਂਟ ਇਸ ਵੇਲੇ ਲੋਐਸਟ ਐਪ ਤੇ ਹੈਗੀ। FDI ਜਿਹੜੀ ਉਹ ਨਹੀਂ ਆਏਗੀ। ਲੋਐਸਟ ਐਪ ਤੇ ਜਦ ਇਨਵੈਸਟਮੈਂਟ ਹੀ ਨਹੀਂ ਹੋਏਗੀ ਜੀ, ਉਤਪਾਦ ਕਿਵੇਂ ਵਧਾ ਲੋਗੇ ਜੀ? ਬਿਲਕੁਲ ਜੀ। ਸਿੰਪਲ ਜਿਹਾ ਕੋਰਿਲੇਸ਼ਨ ਇੱਕ ਪ੍ਰੈਸ ਸਾਹਿਬ ਇਹਨਾਂ ਨੇ ਸਟੂਡੈਂਟਸ ਦੀ ਵੀ ਗੱਲ ਕਹੀ ਹੈ ਕਿ ਬਹੁਤ ਸਾਰੇ ਸਟੂਡੈਂਟ ਇੱਥੋਂ ਪੜ੍ਹਨ ਵਾਸਤੇ ਵਿਦੇਸ਼ ਦੇ ਵਿੱਚ ਜਾਂਦੇ ਆ ਤੇ ਪੈਸਾ ਜਿਹੜਾ ਸਾਰਾ ਆ ਉਹ ਬਾਹਰ ਜਾ ਰਿਹਾ ਆ। ਇੱਥੇ ਅਜਿਹੇ ਕੈਂਪਸ ਖੋਲੇ ਜਾਣ ਜਿਹੜੇ ਵਿਦਿਆਰਥੀ ਪੜ੍ਹਨ ਵਾਸਤੇ ਬਾਹਰ ਜਾਂਦੇ ਆ ਉਹ ਇੱਥੇ ਪੜ੍ਹ ਲੈਣ। ਪਰ ਇੱਥੇ ਸਿਰਫ ਇਹੀ ਨਹੀਂਗਾ ਕਿ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਅਨਐਮਪਲੋਇਮੈਂਟ ਦੀ ਗੱਲ ਕੀਤੀ, ਉਹ ਇਕੱਲਾ ਪੜ੍ਹਨ ਹੀ ਨਹੀਂ ਜਾਂਦੇ, ਉੱਥੇ ਸੈਟਲ ਵੀ ਹੋਣ ਜਾਂਦੇ ਆ। ਹਾਂਜੀ ਹਾਂਜੀ, ਨਹੀਂ ਉਹਨਾਂ ਦਾ ਮੁੱਦਾ ਇੱਕ ਹੀ ਹੈ ਜੀ, ਉਹ ਪੜ੍ਹਨ ਪੁੜ੍ਹਨ ਤੇ ਘਟ ਜਾਂਦੇ, ਸੈਟਲ ਹੋਣ ਵਾਸਤੇ ਜਾਂਦੇ। ਉਹਨੂੰ ਪਤਾ ਇੱਥੇ ਬੇਰੁਜ਼ਗਾਰੀ ਬਹੁਤ ਜੀ, ਸਾਨੂੰ ਨੌਕਰੀ ਨਹੀਂ ਮਿਲਣੀ। ਬਿਲਕੁਲ। ਜਦੋਂ ਦੀ ਮੋਦੀ ਗਵਰਨਮੈਂਟ ਬਣੀ 2014 ਤੋਂ ਲੈ ਕੇ ਇਹਨਾਂ ਨੇ ਕਿਹਾ ਸੀ ਵੀ ਹਰ ਸਾਲ ਅਸੀਂ 1 ਕਰੋੜ ਰੁਜ਼ਗਾਰ ਦੇਵਾਂਗੇ। ਜੀ ਦਿੱਤਾ, ਸਗੋਂ ਪੋਸਟਾਂ ਖਤਮ ਕੀਤੀਆਂ। ਅੱਜ BSL ਖਤਮ ਕੀਤਾ ਜਾ ਰਿਹਾ ਵਾ, ਭਾਰਤ ਪੈਟਰੋਲੀਅਮ ਖਰੀਦ ਕੀਤੀ ਜਾ ਰਹੀ ਹੈ, ਸਾਡੀ ਜਿਹੜੀ ਇੰਡੀਅਨ 에ਅਰਲਾਈਨ ਖਤਮ ਕੀਤੀ ਜਾ ਰਹੀ ਹੈ। ਇਸ ਕਰਕੇ ਅਸੀਂ ਸੋਚਦੇ ਹਾਂ ਵੀ ਜਿੰਨਾ ਚਿਰ ਤੱਕ ਜਿਹੜੀ ਗੱਲ ਕੀਤੀ ਹੈ ਪ੍ਰੈਸ ਸਾਹਿਬ ਨੇ, ਕਮਿਊਨਲ ਹਾਰਮੋਨੀ ਨਹੀਂ ਇੱਥੇ ਆਉਂਦੀ, ਆਪਸੀ ਸਦਭਾਵਨਾ ਪੈਦਾ ਨਹੀਂ ਹੁੰਦੀ, ਇਨਵੈਸਟਮੈਂਟ ਹੀ ਨਹੀਂ ਆਏਗੀ। ਇਨਵੈਸਟਮੈਂਟ ਬਿਲਕੁਲ ਨਹੀਂ ਆਏਗੀ। ਜਦੋਂ ਇੱਥੇ ਗੜਬੜ ਹੋਏਗੀ ਕੌਣ ਇਨਵੈਸਟਮੈਂਟ ਕਰੇਗਾ ਇੱਥੇ? ਬਿਲਕੁਲ ਇਨਵੈਸਟਮੈਂਟ ਨਹੀਂ ਹੋਏਗੀ ਤਾਂ ਉਤਪਾਦ ਕਿਵੇਂ ਵਧਾ ਲੋਗੇ? ਮੈਂ ਸੋਚਦਾ ਵੀ ਸਰਕਾਰ ਜਿਹੜਾ ਸੋ ਕੋਈ ਬਿੜਾਗਰ ਕਰਦੀ ਹੋਈ ਆ, ਇਹ ਤੇ ਸਿਰਫ ਜਿਹੜਾ ਬਜਟ ਹੈ ਅੰਕੜੇ ਦੀ ਹੇਰਫੇਰ ਆ, ਬਾਕੀ ਹੋਣਾ ਨਾ ਕੁਛ ਨਹੀਂ। ਮੈਂ ਇੱਕ ਸੁਣ ਰਿਹਾ ਸੀ ਕਿਸੇ ਆਰਥਿਕ ਮਾਹਰ ਦੀ ਗੱਲ, ਉਹ ਕਹਿੰਦਾ ਜੀ ਜੇ ਨੈਤਿਕ ਦੇ ਆਧਾਰ ਤੇ ਕੋਈ ਕੰਮ ਕਰੂਗਾ ਤੇ ਫਿਰ ਤੇ ਬਜਟ ਠੀਕ ਆ, ਤੇ ਜੇ ਨਹੀਂ ਤੇ ਫਿਰ ਜਿੱਦਾਂ ਪਹਿਲਾਂ ਚੱਲਦਾ ਉਹਦਾ ਚੱਲੀ ਜਾਊਗਾ ਜੀ। ਪ੍ਰੈਸ ਸਾਹਿਬ ਇੱਕ ਗੱਲ ਹੋਰ, ਬੈਂਕਿੰਗ ਸਿਸਟਮ ਨੂੰ ਸੁਧਾਰਨ ਦੀ ਗੱਲ ਕੀਤੀ ਜਾ ਰਹੀ ਹੈ। ਰੀਸੈਂਟਲੀ ਬੈਂਕ ਅਧਿਕਾਰੀ ਜਿਹੜੇ ਆ ਉਹ ਹੜਤਾਲ ਦੇ ਉੱਤੇ ਆ 2 ਦਿਨ ਦੀ। ਇਹ 2 ਦਿਨ ਦੀ ਹੜਤਾਲ ਤੇ ਨੇ ਆਲ ਓਵਰ ਇੰਡੀਆ। ਮੈਂ ਹੁਣੇ ਗੱਲ ਕੀਤੀ ਸੀ ਕਿ ਪਬਲਿਕ ਸੈਕਟਰ ਬੈਂਕ ਮੈਜੋਰਿਟੀ ਆਫ ਦਾ ਬੈਂਕ ਜਿਹੜੇ ਨੇ ਘਾਟੇ ਜਾ ਰਹੇ ਨੇ ਬਿਕੋਜ਼ ਆਫ ਇਨਕਰੀਜ਼ ਇਨ NPA। ਜੀ, NPA ਚ ਇੰਨਾ ਵਾਧਾ ਹੋ ਰਿਹਾ ਜਿਹਦੇ ਕਰਕੇ ਬੈਂਕਾਂ ਨੂੰ ਘਾਟਾ ਪੈ ਰਿਹਾ ਜੀ। ਹੋਰ ਯਾਦ ਰੱਖਿਓ ਕਿ ਕੋਈ ਐਸਾ ਮੈਕੈਨਿਜ਼ਮ ਹੀ ਨਹੀਂ ਹੈ, ਕੋਈ ਐਸਾ ਸਿਸਟਮ ਹੀ ਨਹੀਂ ਹੈਗਾ ਕਿ NPA ਦੇ ਘਾਟੇ ਨੂੰ ਤੁਸੀਂ ਕਿਧਰੋਂ ਪੂਰਾ ਕਰ ਲਓ। ਇਹ ਐ ਨਹੀਂ ਲੱਗਦਾ ਪ੍ਰੈਸ ਸਾਹਿਬ ਕਿ ਸਰਕਾਰ ਰਲ ਕੇ ਠੱਗੀ ਮਰਵਾ ਰਹੀ ਹੈ? ਦੇਖੋ ਜੀ, ਬੰਦੇ ਤਾਂ ਇਹਨਾਂ ਦੇ ਨੇ ਜੀ, ਹੋਰ ਮੈਕਸਿਮਮ ਬੰਦੇ ਗੁਜਰਾਤ ਤੋਂ ਭੱਜੇ ਨੇ ਜੀ, ਗੁਜਰਾਤ ਤੋਂ ਬਿਲੋਂਗ ਕਰਨ ਵਾਲੇ ਨੇ ਜੀ ਜੀ ਜੀ। ਤੇ ਸਾਡੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਵੀ ਗੁਜਰਾਤ ਦੇ ਨੇ। ਹਾਂਜੀ, ਤੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਨਾਲ ਜਿਹੜੀ NP ਹੈ ਨਾ, ਜਿਹੜੇ NP ਕੇਸ ਹੈ ਤੁਸੀਂ ਬਹੁਤੇ ਵੇਖ ਲਓ ਉਹ ਲੀਡਰਾਂ ਦੇ ਹੋਣਗੇ। ਆਮ ਤੇ ਕੋਈ ਕਿਸੇ ਦੇ ਘੋੜਾ ਰੜਾ ਲੈ ਲਿਆ, ਕਿਸੇ ਕਿਸਾਨ ਨੇ ਲੱਖ ਰੁਪਏ ਕਰਜ਼ਾ, ਉਹਦੇ ਗੱਲ ਚ ਬਿਲਕੁਲ ਕਿਸਾਨਾਂ ਦੇ ਕਰਜ਼ਿਆਂ ਦੀ ਗੱਲ ਕਰੀਏ ਤੇ ਬੈਂਕਾਂ ਦੇ ਵਿੱਚ ਫੋਟੋਆਂ ਤੱਕ ਲੱਗ ਜਾਂਦੀਆਂ ਨੇ ਜੀ। ਉਹਦੇ ਘਰ ਕੇ ਜਿੱਲੀ ਚੰਗਾ ਕਿਸਾਨ ਦੇ ਕਿਸਾਨ ਕੋ ਰਸਤਾ ਕੋਈ ਨਹੀਂ ਸੁਣਦਾ। ਇਸੇ ਦੁੱਖੋਂ ਕਈ ਹਾਰਟ ਅਟੈਕ ਨਾਲ ਮਰ ਗਏ, ਕਈ ਅੱਜ ਬੈਂਕ ਵਾਲੇ ਉਹਦੇ ਘਰੋਂ ਹੋ ਕੇ ਗਏ, ਅਗਲੇ ਦਿਨ ਜ਼ਹਿਰ ਪੀ ਗਏ। ਜੇ ਕਿਤੇ ਸਰਕਾਰ ਆਲ ਬੈਂਕਿੰਗ ਦੀ NP ਦੀ ਲਿਸਟ ਸਭ ਬਾਹਰ ਕੱਢ ਦੇਵੇ ਨਾ, ਵੀ NP ਲਿਸਟ ਹੈਗੀ ਆ, ਉਹ ਚੋਂ 90% ਤੁਹਾਨੂੰ ਪੋਲੀਟੀਸ਼ੀਅਨ ਮਿਲਣਗੇ, ਜਿਨ੍ਹਾਂ ਕੋਲ ਨਾ ਨਾ ਪੈਸੇ ਲੈਣੇ ਤੇ ਨਾ ਉਹਨਾਂ ਦੇਣੇ। NP ਪਾ ਕੇ ਪਾ ਦਿਓ ਦੂਜਿਆਂ ਦੇ ਬੋਝ। ਇਸੇ ਕਰਕੇ ਜਿਹੜੀ ਬੈਂਕਾਂ ਦੀ ਤੁਸੀਂ ਗੱਲ ਕੀਤੀ ਆ, ਬੈਂਕ ਅੱਜ ਪ੍ਰਾਈਵੇਟ ਵੇਖੋ ਚੱਲ ਰਹੇ ਨੇ, ਦੂਜਿਆਂ ਦੀ ਸਟ੍ਰਾਈਕ ਆ 2 ਦਿਨ ਦੀ। ਜਿਹੜਾ ਪ੍ਰਾਈਵੇਟ ਬੈਂਕ ਵਾਲਾ ਮੁਲਾਜ਼ਮ ਉਹ 50,000 ਤਨਖਾਹ ਲੈਂਦਾ, ਸਰਕਾਰ ਦਾ ਮਤਲਬ ਲੱਖ ਰੁਪਏ ਤਨਖਾਹ ਦਿੰਦਾ, ਫਿਰ ਕਹਿੰਦਾ ਮੇਰੇ ਘੱਟ ਆ ਜੀ, ਮੇਰੇ ਵਧਾਓ ਪੈਸੇ ਨਹੀਂ ਵਧਾਓ ਤੁਸੀਂ। ਇਸ ਕਰਕੇ ਸਰਕਾਰ ਦੀ ਪਾਲਿਸੀ ਵੀ ਹੈ ਪ੍ਰਾਈਵੇਟਿਜ਼ਮ ਦੀ, ਵੀ ਪ੍ਰਾਈਵੇਟ ਪੂਰਾ ਕਰ ਦਿਓ, ਆਪ ਇਹਨਾਂ ਕੋਲ ਲਓ ਪੈਸੇ ਲਓ, ਆਰਾਮ ਕਰੋ, ਐਸ਼ ਕਰੋ।
ਦੇਸ਼ ਤੋਂ ਢੱਠੇ ਖੂਚ ਜਿਹੜੀ ਗੱਲ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਸੀ, ਥੋੜਾ ਨਾਲ ਜੋੜਦੇ ਹਾਂ ਜੀ। ਆਮ ਤੌਰ ਤੇ ਯੂਨੀਵਰਸਿਟੀ ਜਿਹੜੀ ਹੁੰਦੀ ਹੈ ਨਾ, ਵਿਸ਼ਵ ਵਿਦਿਆਲੇ ਹੁੰਦੇ, ਉਹ ਖੋਜਦੇ ਹੁੰਦੇ ਆ, ਉੱਥੇ ਕੋਈ ਨਾ ਕੋਈ ਖੋਜ ਕੀਤੀ ਜਾਵੇ, ਰਿਸਰਚ ਕੀਤੀ ਜਾਵੇ। ਲੇਕਿਨ ਜਿਹੜੀ ਪ੍ਰਾਈਵੇਟ ਯੂਨੀਵਰਸਿਟੀ ਹੈ, ਉਹਨੂੰ ਕੋਈ ਪੁੱਛੋ ਕੋਈ ਰਿਸਰਚ ਹੈਗਾ ਤਾਂ ਕੋਈ ਸਕਾਲਰ ਵੀ ਹੈਗਾ, ਉਹਨਾਂ ਕੋਲ ਕੋਈ ਸਕਾਲਰ ਨਹੀਂ ਹੈਗਾ ਜੀ। ਜੇ ਉਹਨਾਂ ਨੂੰ ਪੁੱਛੋ, ਉਹ ਕੋਈ ਨਹੀਂ ਕਰ ਲਾਂਗੇ ਜੀ, ਕਰ ਲਾਂਗੇ। ਲਵਲੀ ਯੂਨੀਵਰਸਿਟੀ ਸਕਾਲਰ ਲਿਆਂਦਾ ਇੱਕ, ਉਹਨੇ ਕਿਹਾ ਇੰਨੇ ਕਰੋੜ ਰੁਪਏ ਲੱਗੂਗਾ, ਨਹੀਂ ਜਾਓ, ਇਸ ਨੂੰ ਲੋੜ ਹੀ ਨਹੀਂ ਹੈਗੀ। ਅਸੀਂ ਸਿਰਫ ਇੱਥੇ ਜਿਹੜੇ ਨੌਕਰਸ਼ਾਹ ਨਹੀਂ ਪੈਦਾ ਕਰਨੇ, ਅਸੀਂ ਵਿਗਿਆਨ ਵੀ ਪੈਦਾ ਕਰਨੇ, ਅਸੀਂ ਜਿਹੜੇ ਬੜੇ ਬੜੇ ਚੰਗੇ ਚੰਗੇ ਹੋਰ ਵਿਦਿਆਰਥੀ ਪੈਦਾ ਕਰਨੇ ਆ, ਉਸ ਪਾਸੇ ਨਹੀਂ ਸਿੱਖ ਯੂਨੀਵਰਸਿਟੀ ਵਾਲੇ। ਉਹ ਜਿਹੜੀਆਂ ਗਵਰਨਮੈਂਟ ਯੂਨੀਵਰਸਿਟੀ ਕਰ ਸਕਦੀ ਹੈ, ਪ੍ਰਾਈਵੇਟ ਨਹੀਂ ਕਰ ਸਕਦੀ। ਵਪਾਰੀ ਕਹਿ ਰਹੇ ਆ ਕਿ ਨੋਟਬੰਦੀ ਨੇ ਜਿਹੜੀ ਸੱਟ ਮਾਰੀ ਸੀ, ਉਹ ਅਜੇ ਤੱਕ ਵੀ ਜਿਹੜੀ ਆ ਉਹ ਬੈਲੈਂਸ ਨਹੀਂ ਹੋਈ। ਦੇਖੋ, ਇੱਕ ਗੱਲ ਅਸੀਂ ਕਈ ਵਾਰ ਸ਼ੇਅਰ ਕਰ ਚੁੱਕੇ ਹਾਂ ਜੀ ਕਿ ਇੱਕ ਤਾਂ ਪਹਿਲੀ ਗੱਲ, ਨੋਟਬੰਦੀ ਦਾ ਡਿਸੀਜਨ ਭਾਰਤ ਦੀ ਅਰਥ ਵਿਵਸਥਾ ਦੇ ਉੱਤੇ ਜੀ ਇੱਕ ਇਸਨੇ ਬਹੁਤ ਜ਼ਬਰਦਸਤ ਹਥੌੜਾ ਮਾਰਿਆ ਜੀ। ਨੋਟਬੰਦੀ ਇਹ ਕਿਸੇ ਵੀ ਤਰੀਕੇ ਨਾਲ ਇਹ ਫੈਸਲਾ ਠੀਕ ਨਹੀਂ ਸੀਗਾ। ਤੇ ਅੱਜ ਦੀ ਡੇਟ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਵੀ ਇਹ ਚੀਜ਼ ਐਕਸੈਪਟ ਕਰਨ ਲੱਗ ਪਿਆ ਹੈ ਕਿ 2000 ਦੇ ਨੋਟ ਇਸ ਵੇਲੇ ਮੈਕਸਿਮਮ ਨੰਬਰ ਜਿਹੜਾ ਹੈ ਇਹ ਡੁਪਲੀਕੇਟ ਨੋਟ, ਨਕਲੀ ਨੋਟ ਮਾਰਕੀਟ ਵਿੱਚ ਆ ਚੁੱਕੇ ਨੇ ਜੀ। ਨਕਲੀ ਨੋਟ ਮਾਰਕੀਟ ਵਿੱਚ ਆ ਚੁੱਕੇ ਨੇ। ਅੱਛਾ ਜੀ। ਸੋ ਨੋਟਬੰਦੀ ਜਿਹੜੀ ਹੈ ਹਾਂਜੀ 2000 ਦੇ ਨੋਟਾਂ ਉੱਤੇ ਵੀ 2015 ਦੇ ਬਾਅਦ ਕੋਈ ਕੰਟਰੋਲ ਹੀ ਨਹੀਂ ਹੈਗਾ, ਕੋਈ ਕੰਟਰੋਲ ਨਹੀਂ ਹੈਗਾ ਜੀ। ਦੂਸਰੀ ਗੱਲ ਮੈਂ ਇਹ ਕਹਾਂ ਕਿ ਜਿਹੜਾ ਨੋਟ ਛਾਪਿਆ ਜਾਂਦਾ ਨਾ ਜੀ, ਉਹਦੇ ਪਿੱਛੇ ਉਹਨਾਂ ਸੋਨਾ ਹੁੰਦਾ ਹੈ ਉਹਦੀ ਬੈਕ ਦੇ ਉੱਤੇ ਜੀ, ਹਾਂਜੀ। ਉਹ ਰਿਜ਼ਰਵ ਬੈਂਕ ਦੇ ਕੋਲ ਹੁੰਦਾ, ਸਰਕਾਰੀ ਖਜ਼ਾਨੇ 'ਚ ਹੁੰਦਾ ਸੋਨਾ। ਤੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਰਿਪੋਰਟਾਂ ਦੇ ਮੁਤਾਬਕ ਜੀ ਸੋਨੇ ਦਾ 90% ਜਿਹੜਾ ਹਿੱਸਾ ਹੈ ਨਾ, ਉਹ ਸਰਕਾਰ ਨੇ ਕੱਢ ਲਿਆ। ਅੱਛਾ ਜੀ। ਮਤਲਬ ਤੁਸੀਂ ਨੋਟ ਦੇ ਉੱਤੇ ਲਿਖਿਆ ਹੁੰਦਾ ਹੈ ਕਿ ਆਈ ਪ੍ਰੋਮਿਸ ਟੂ ਪੇ ਟੂ ਦਾ ਬੀਅਰਰ ₹2000 ਜੀ ਜੀ ਜਾਂ 500, ਜੋ ਵੀ ਨੋਟ ਦੇ ਉੱਤੇ ਲਿਖਿਆ ਹੈ, ਹਾਂਜੀ। ਇਹਦਾ ਮਤਲਬ ਹੈ ਕਿ ਉਹਦੇ ਪਿੱਛੇ ਉਹਨੇ ਸੋਨੇ ਦੀ ਬੈਕਿੰਗ ਹੈ ਜੀ, ਰਿਜ਼ਰਵਾਇਰ ਹੈਗਾ ਜੀ, ਹਾਂਜੀ। ਔਰ ਉਹ ਸੋਨਾ ਜਿਹੜਾ ਹੈ ਉਹ ਰੱਖਿਆ ਵੀ ਇਸੇ ਕਰਕੇ ਜਾਂਦਾ ਹੈ ਕਿ ਜਿਸ ਵੇਲੇ ਕੋਈ ਅਰਥ ਵਿਵਸਥਾ ਦੇ ਉੱਤੇ ਕੋਈ ਐਸੀ ਗੱਲ ਹੋਏ ਤਾਂ ਉਹ ਸੋਨੇ ਦੇ ਨਾਲ ਜਿਹੜੀ ਬੈਕਿੰਗ ਜਾਂ ਰਿਜ਼ਰਵਾਇਰ ਹੈਗਾ ਉਹ ਇਸਤੇਮਾਲ ਕੀਤਾ ਜਾਏਗਾ। ਲੇਕਿਨ ਉਹ ਸੋਨਾ ਵੀ ਨਹੀਂ ਛੱਡਿਆ। ਮੋਦੀ ਸਰਕਾਰ ਆਉਣ ਤੋਂ ਪਹਿਲਾਂ ਸਭ ਤੋਂ ਵੱਡਾ ਜਿਹੜਾ ਪ੍ਰੋਫਿਟੇਬਲ ਜਿਹੜੇ ਯੂਨਿਟ ਸੀਗੇ ਨਾ, ਉਹ ਸੀਗੇ ਰੇਲਵੇ ਤੇ ਆਇਲ ਐਂਡ ਨੈਚੁਰਲ ਗੈਸ ਕਮਿਸ਼ਨ, ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨਸ। ਅੱਜ ONGC ਆਇਲ ਐਂਡ ਨੈਚੁਰਲ ਗੈਸ ਕਮਿਸ਼ਨ, ਜਿਹਨੂੰ ਕਿ ਪਬਲਿਕ ਸੈਕਟਰ ਕਿਹਾ ਜਾਂਦਾ ਹੈ, ਉਹ ਪਬਲਿਕ ਸੈਕਟਰ ਜਿਹੜਾ ਘਾਟੇ ਜਾ ਪਿਆ, ਉੱਥੋਂ ਹੀ ਪੈਸੇ ਕਢਾ ਲਏ ਸਰਕਾਰ ਨੇ। LIC ਦੇ ਵਿੱਚੋਂ ਜਿਹੜਾ ਪੈਸਾ ਹੈ ਉਹ ਸਰਕਾਰ ਨੇ ਘਟਾਉਣਾ ਸ਼ੁਰੂ ਕਰਤਾ, ਹਾਂਜੀ। ਪੱਟੀ ਸਾਹਿਬ ਨੇ ਹੁਣੇ ਗੱਲ ਕੀਤੀ ਹੈ BSNL ਦੀ ਜੀ, ਹੈ ਬਿਲਕੁਲ ਦਰੁਸਤ ਹੈ ਕਿ BSNL ਜਿਹੜਾ ਹੈ ਉਹਦੇ EMPLOYEES ਜਿਹੜੇ ਨੇ ਉਹ ਹੁਣ ਆਪ ਉਹਨਾਂ ਨੇ ਰਿਟਾਇਰਮੈਂਟ ਲੈ ਲਈਆਂ ਜੀ, ਆਪ ਰਿਟਾਇਰਮੈਂਟ ਲੋਕਾਂ ਨੇ ਲੈ ਲਈਆਂ। ਉਹਨਾਂ ਨੂੰ ਪਤਾ ਕਿ BSNL ਹੁਣ ਕਲੋਜ਼ਰ ਤੇ ਲੱਗ ਗਈ ਹੈ ਜੀ, ਬਿਲਕੁਲ ਖਤਮ ਹੋਣ ਦੇ ਕਿਨਾਰੇ ਤੇ ਜੀ ਜੀ। ਸੋ ਪਬਲਿਕ ਸੈਕਟਰ ਅੰਡਰਟੇਕਿੰਗ, ਮੈਨੂੰ ਯਾਦ ਹੈ ਕਿ ਜਿਸ ਵੇਲੇ ਲਾਲੂ ਪ੍ਰਸਾਦ ਜੀ, ਮੈਂ ਐਡਮਾਇਰਰ ਨਹੀਂ ਹੈਗਾ ਉਹਦਾ, ਮੈਂ ਤਾਂ ਸਿਰਫ ਇੱਕ ਵਿਸ਼ਲੇਸ਼ਣ ਕਰ ਰਹੇ ਹਾਂ, ਬਿਲਕੁਲ ਰੇਲ ਮੰਤਰੀ ਸੀ ਜਿਸ ਵੇਲੇ ਉਹ ਰੇਲ ਮੰਤਰੀ ਸੀਗਾ, ਉਸ ਵੇਲੇ ਸਭ ਤੋਂ ਜ਼ਿਆਦਾ ਪ੍ਰੋਫਿਟੇਬਲ ਰੇਲਵੇ ਸੀਗਾ ਜੀ, ਸਭ ਤੋਂ ਜ਼ਿਆਦਾ ਰੇਲਵੇ ਸੀ। ਹੁਣ ਤਾਂ ਭਰਾ ਸਾਹਿਬ ਬਜਟ ਵੀ ਰੇਲਵੇ ਦਾ ਤੇ ਆਮ ਬਜਟ ਜਿਹੜਾ ਉਹ ਇਕੱਠੇ ਕਰ ਦਿੱਤਾ ਗਿਆ। ਉਹਦਾ ਕਾਰਨ ਹੈ ਕਿ ਜਿਹਦੇ ਨਾਲ ਪਤਾ ਨਹੀਂ ਲੱਗੇ ਕਿ ਰੇਲਵੇ ਘਾਟੇ ਜਾ ਰਿਹਾ ਜਾਂ ਰੇਲਵੇ ਵਧੇ ਜਾ ਰਿਹਾ। ਅੱਜ ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸਾਂ, ਇੱਕ ਐਕਸਪਰਟ ਸੀਗੇ, ਮੈਂ ਸੁਣ ਰਿਹਾ ਸੀਗਾ, ਉਹ ਕਹਿ ਰਹੇ ਸੀਗੇ ਕਿ ਜਿਸ ਤਰ੍ਹਾਂ ਇਹ ਕਹਿੰਦੇ ਡਿਜੀਟਲ ਇੰਡੀਆ, ਤੇ ਵਿੱਤ ਮੰਤਰੀ ਕਹਿੰਦੇ ਅੱਜ ਵਹੀ ਖਾਤਾ ਲੈ ਕੇ ਆਏ, ਇਹਨਾਂ ਨੂੰ ਤਾਂ ਲੈਪਟਾਪ ਲੈ ਕੇ ਆਉਣਾ ਚਾਹੀਦਾ ਸੀ, ਪਰ ਜਿਸ ਤਰ੍ਹਾਂ ਬੈਗ ਹੁੰਦਾ ਉਹ ਵੀ ਨਹੀਂ ਸੀ ਹੈਗਾ ਹੱਥ ਦੇ ਵਿੱਚ। ਵਹੀ ਖਾਤਾ ਜਿਹੜਾ ਪੁਰਾਣਾ ਸਿਸਟਮ ਉਹਦੇ ਤਹਿਤ ਆਏ ਆ। ਕਹਿੰਦੇ ਜਿਹੜੇ ਹਿਸਾਬ ਨਾਲ ਸਰਕਾਰ ਆਪਣੇ ਆਪ ਨੂੰ ਕਹਿੰਦੀ ਹੈ, ਉਸ ਹਿਸਾਬ ਨਾਲ ਲੈਪਟਾਪ ਲੈ ਕੇ ਆਉਣਾ ਚਾਹੀਦਾ ਸੀਗਾ ਇਹਨਾਂ ਨੂੰ। ਦੇਖੋ, ਦੋ ਗੱਲਾਂ ਨੇ ਜੋ ਕਿ ਵਿਰੋਧਾਭਾਸ ਨੇ, ਆਪਸ ਵਿੱਚ ਕੰਟਰਾਡਿਕਟਰੀ ਨੇ ਜੀ। ਇੱਕ ਪਾਸੇ ਇਹ ਇੰਡੀਜਨਸ ਦੀ ਗੱਲ ਕਰਦੀ ਆ, ਮਤਲਬ ਸਵਦੇਸ਼ੀ ਦੀ ਜੀ, ਹੈ ਜੀ। ਦੂਜੇ ਪਾਸੇ ਡਿਜੀਟਲ ਇੰਡੀਆ ਦੀ ਗੱਲ ਕਰਦੇ ਨੇ ਜੀ, ਹੈ ਬਿਲਕੁਲ ਠੀਕ ਹੈ, ਬਿਲਕੁਲ। ਇੱਕ ਪਾਸੇ ਸਵਦੇਸ਼ੀ ਹੈ ਜੀ, ਦੂਜੇ ਪਾਸੇ ਡਿਜੀਟਲ ਹੈ ਜੀ। ਭਾਈ ਜੇ ਡਿਜੀਟਲ ਹੈ ਤੇ ਫਿਰ ਤੁਹਾਨੂੰ ਤਾਂ ਜਿਹੜਾ ਨਾ ਸਵਦੇਸ਼ੀ ਨੂੰ ਤਾਂ ਸਮਝੌਤਾ ਕਰਨਾ ਪਏਗਾ। ਭਰਾ ਸਾਹਿਬ, ਅਪ੍ਰੈਲ ਤੋਂ GST ਦਾ ਆਸਾਨ ਵਰਜਨ ਜਿਹੜਾ ਉਹ ਆਏਗਾ। ਆਸਾਨ ਵਰਜਨ ਕੀ ਹੋ ਸਕਦਾ ਉਹਦਾ? ਦੇਖੋ, ਮੈਂ ਇੱਕ ਗੱਲ ਕਹਾਂ ਜੀ,
ਮੈਂ ਕੰਪੈਰੀਜ਼ਨ ਕੀਤਾ GST ਦੇ ਰੇਟਸ ਦਾ। ਜੀ। ਜਿਸ ਵੇਲੇ GST ਆਈ ਸੀ ਨਾ, ਉਸ ਵੇਲੇ 28% ਇਹਦੀ ਮੈਕਸਿਮਮ ਸਲੈਬ ਸੀਗੀ ਜੀ ਤੇ ਇਹਨਾਂ ਨੂੰ ਪਤਾ ਲੱਗ ਗਿਆ ਹਾਂ ਕਿ ਬਈ ਸਾਡਾ 28% 18% ਇਹ ਜਿੰਨੀਆਂ 3 ਸਲੈਬ 4 ਸਲੈਬਾਂ ਸੀਗੀਆਂ, ਉਸ ਵੇਲੇ ਜੇਤਲੀ ਜਿੰਦਾ ਸੀਗਾ ਜੀ ਤੇ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ 28% ਜਿਹੜੀ ਇਹ ਸਲੈਬ ਵਗੈਰਾ ਨੇ ਨਾ, ਇਹ ਬਹੁਤ ਹਾਇਰ ਸਾਈਡ ਚਲ ਗਈਆਂ ਜੀ ਹੋਰ ਉਸ ਵੇਲੇ ਅਖਬਾਰਾਂ ਦੇ ਵਿੱਚ ਇਹ ਚੀਜ਼ਾਂ ਆਈਆਂ ਸੀਗੀਆਂ ਕਿ ਕੰਪੈਰੀਜ਼ਨ ਕੀਤਾ ਸੀ ਲੋਕਾਂ ਨੇ ਕਿ ਏਸ਼ੀਆ ਦੇ ਵਿੱਚ GST ਦਾ ਰੇਟ ਕੀ ਹੈ। ਜੀ ਹਾਂਜੀ, ਉਹਨੂੰ ਕੰਪੇਅਰ ਕੀਤਾ ਗਿਆ ਸੀ ਯੂਰਪ ਦੇ ਨਾਲ। ਕਿਉਂਕਿ GST ਸਾਡੀ ਟਰਮ ਨਹੀਂ ਹੈਗੀ। GST ਜਿਹੜੀ ਹੈ ਫੋਰਨ ਦੀ ਟਰਮ ਹੈ। ਜੀ। ਠੀਕ ਹੈ, ਪਹਿਲਾਂ ਲਾਗੂ ਹੋ ਚੁੱਕੀ ਹੈ ਵਿਦੇਸ਼ਾਂ ਦੇ ਵਿੱਚ। ਜੀ। ਅੱਛਾ, ਤੋ ਇਹ GST ਦਾ ਰੇਟ ਘਟਾਤਾ ਗਿਆ। ਜੀ ਅੱਜ ਦੀ ਡੇਟ ਵਿੱਚ ਵੀ ਮਨਮੋਹਨ ਸਿੰਘ ਇਹ ਕਹਿ ਰਿਹਾ ਹੈ ਕਿ GST ਦੇ ਰੇਟ ਜਿਹੜੇ ਨੇ ਉਹਨੂੰ ਹਾਇਰ ਸਾਈਡ ਨੇ। ਜੀ ਉਹ ਦੂਜੀ ਗੱਲ, ਉਹਨਾਂ ਦੀ ਇੰਪਲੀਮੈਂਟੇਸ਼ਨ ਜਿਹੜੀ ਹੈ ਨਾ, ਜੀ ਉਹ ਬੜੀ TDS ਤੇ ਬੜੀ ਕੰਪਲਿਕੇਟਡ ਬਣਾਤੀ ਗਈ ਹੈ। ਜੀ ਹੋਰ ਜਿਹਦੇ ਵਾਸਤੇ ਇੱਕ ਆਮ ਸਾਧਾਰਨ ਵਿਅਕਤੀ ਵੀ ਹੈ ਨਾ, ਜਿਹੜਾ ਪੱਟੀ ਸਾਹਿਬ, ਉਸ ਵਿਅਕਤੀ ਨੂੰ ਕੋਈ ਐਕਸਪਰਟ ਅਕਾਊਂਟੈਂਟ ਲੈ ਕਰਕੇ ਤਾਂ GST ਰਿਟਰਨ ਫਾਈਲ ਕਰ ਸਕਦਾ। ਸੋ ਉਹਦੇ ਉੱਤੇ ਬਰਡਨ ਪੈ ਗਿਆ। ਜੀ, ਸੋ ਬਿਲਕੁਲ। GST ਬੇਸਿਕਲੀ ਇਸਨੇ ਪ੍ਰੋਬਲਮਸ ਕ੍ਰੀਏਟ ਕੀਤੀਆਂ ਨੇ, ਇਹਨੂੰ ਸਿੰਪਲੀਫਾਈ ਕਰਨ ਦੀ ਲੋੜ ਹੈ ਔਰ GST ਸਿੰਪਲੀਫਾਈ ਹੋਣੀ ਚਾਹੀਦੀ ਹੈ। ਲੇਕਿਨ ਅੱਜ ਦੀ ਡੇਟ ਵਿੱਚ ਮੈਂ ਐਜ਼ ਏ ਅਕਾਊਂਟੈਂਸੀ ਦਾ ਟੀਚਰ ਕਹਿ ਸਕਦਾ ਹਾਂ ਕਿ ਜੇ ਕਹੀਏ ਕਿ GST ਆਉਣ ਦੇ ਨਾਲ ਕਿ ਸਾਡੇ ਟੈਕਸਿਸ ਦੀ ਚੋਰੀ ਨਹੀਂ ਹੋ ਰਹੀ, ਮੈਂ ਐਗਰੀ ਨਹੀਂ ਕਰਦਾ। ਅਜੇ ਵੀ ਟੈਕਸਿਸ ਦੀ ਚੋਰੀ ਹੋ ਰਹੀ ਹੈ, ਬਿਲਕੁਲ ਹੋ ਰਹੀ ਹੈ, ਕਿਉਂਕਿ ਅੱਜ ਵੀ ਇਹਨਾਂ ਨੇ ਕਿਹਾ ਕਿ ਟੈਕਸ ਚੋਰੀ ਕਰਨ ਵਾਲਿਆਂ ਦੇ ਉੱਤੇ ਕਾਨੂੰਨ ਸਖਤ ਕੀਤਾ ਜਾਏਗਾ। ਇਸੇ ਕਰਕੇ ਕਿਹਾ ਗਿਆ, ਇਸੇ ਕਰਕੇ ਕਿਹਾ। ਜੀ। ਹੋਰ ਇਹ ਨਹੀਂ, ਨਾਲ ਇਹਨਾਂ ਨੇ ਗੱਲ ਇਹ ਵੀ ਵਰਡ ਯੂਜ਼ ਕੀਤਾ ਅੱਜ ਦੇ ਸਪੀਚ ਦੇ ਵਿੱਚ ਫਾਈਨਾਂਸ ਮਿਨਿਸਟਰ ਨੇ ਕਿ ਜਿਹੜਾ ਹੈ ਨੋ harassment to the taxpayers। ਜੀ ਜੀ ਬਿਲਕੁਲ, ਇਹ ਵੀ ਗੱਲ ਕੀਤੀ, ਨੋ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਏਗਾ harassment to the taxpayer। ਲੇਕਿਨ ਪੱਟੀ ਸਾਹਿਬ, ਤੁਹਾਨੂੰ ਵੀ ਪਤਾ ਹੈ ਕਿ ਜਿਸ ਵੇਲੇ ਪੋਲੀਟੀਕਲ ਵੈਂਡੇਟਾ ਦੀ ਗੱਲ ਆ ਜਾਂਦੀ ਹੈ, ਸਿਆਸੀ ਤੌਰ ਤੇ ਕਿਸੇ ਨੂੰ ਨੱਪਣਾ ਹੈ ਜਾਂ ਕਿਸੇ ਵਿਅਕਤੀ ਨੇ ਅਗਰ BJP ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੋਈ ਹੈ ਤੇ ਉਹਦਾ ਕਾਰੋਬਾਰ ਹੈ, ਤੇ ਸਭ ਤੋਂ ਪਹਿਲਾਂ ਟੈਕਸ ਅਥਾਰਟੀ ਜਾਂਦੀਆਂ ਨੇ ਜਾਂ ਕਿ ਉਹਨੂੰ ਤੰਗ ਕਰਦੀਆਂ ਨੇ। ਰਸਾ ਪੀ ਚਿਦੰਬਰਮ ਦੀ ਉਦਾਹਰਨ ਤਾਜ਼ਾ ਜਿਹੜੀ ਆ ਉਹ ਹੈਗੀ ਆ। ਤੋ ਇਹ ਗੱਲਾਂ ਇਹ ਕਾਗਜ਼ਾਂ ਤੇ ਕੁਝ ਹੋਰ ਨੇ, ਪ੍ਰੈਕਟੀਕਲ ਕੁਝ ਹੋਰ ਨੇ। ਪੱਟੀ ਸਾਹਿਬ, ਲਾਸਟ ਤੇ ਸਮਾਂ ਆਪਣੇ ਕੋਲ ਸੀਮਿਤ ਹੈ। ਕਾਲੇ ਧਨ ਦੀ ਗੱਲ ਨਹੀਂ ਹੋ ਰਹੀ, ਹੁਣ ਕਿਹਾ ਜਾ ਰਿਹਾ ਸੀ 15-16 ਲੱਖ ਰੁਪਈਆ ਜਿਹੜਾ ਆ ਉਹ ਤਾਂ ਅਕਾਊਂਟਸ ਦੇ ਵਿੱਚ ਐਵੇਂ ਆ ਜਾਏਗਾ, ਪਰ ਅਨਪਲਾਇਮੈਂਟ ਤਾਂ ਬਹੁਤ ਜ਼ਿਆਦਾ ਵਧੀ ਆ। ਕਾਲੇ ਧਨ ਦੀ ਕੋਈ ਗੱਲ ਨਹੀਂ ਹੋਈ। ਕਾਲੇ ਧਨ ਨੂੰ ਲੈ ਕੇ ਤੇ ਇਹਨਾਂ ਨੇ ਨੋਟਬੰਦੀ ਕੀਤੀ ਜੀ। ਲੇਕਿਨ ਜਿੰਨੇ ਨੋਟ ਸਰਕਾਰ ਨੇ ਛਾਪੇ ਉਦੋਂ ਮੂੰਹ ਤੇ ਬੈਂਕਾਂ 'ਚ ਪੁੱਜ ਗਏ ਜੀ, ਬਾਕੀ ਕਿੱਥੋਂ ਆਏ ਜੀ ਇਹਨਾਂ ਕੋਲੇ? ਇਸੇ ਕਰਕੇ ਉਹਨਾਂ ਨੂੰ ਪਤਾ ਕਾਲੇ ਧੰਦਾ ਦਾ ਅਸੀਂ ਜਿਹੜਾ ਆਪਣੇ ਕੋਲ ਜਿਹੜਾ ਮਰਿਆ ਸਭ ਗੱਲ ਕਿਉਂ ਪਾਈਏ, ਜੇ ਉਹਦਾ ਭੋਗ ਪਿਆ ਤੇ ਪਿਆ ਰਹਿਣ ਦਿਓ। ਜੇ ਉਹ ਪਾਉਂਦੇ ਤੇ ਉਹਦੀ ਚਰਚਾ ਜ਼ਿਆਦਾ ਹੋਣੀ ਸੀ ਕਾਲੇ ਧਨ ਦੀ। ਤੇ ਕਾਲਾ ਧਨ ਤੇ ਅੱਜ ਵੀ ਲੋਕਾਂ ਨੂੰ ਤੁਹਾਨੂੰ ਪਤਾ ਵੀ ਜਦੋਂ ਨੋਟਬੰਦੀ ਹੋਈ ਸੀ ਉਦੋਂ ਕਈ BJP ਦੇ ਲੀਡਰਾਂ ਦੀਆਂ ਗੱਡੀਆਂ 'ਚ ਜਿਹੜੇ ਕਰੋੜਾਂ ਰੁਪਏ ਫੜੇ ਗਏ ਸੀ, 2-2 ਹਜ਼ਾਰ ਦੇ ਨੋਟ ਫੜੇ ਗਏ ਸੀ। ਉਹ ਕਾਲਾ ਧਨ ਨਹੀਂ ਸੀਗਾ, ਉਹਨਾਂ ਨੇ ਆਪਣੇ ਵਟਾ ਕੇ ਘਰ ਨੂੰ ਲੈ ਗਏ। ਇਸ ਕਰਕੇ ਜਿਹੜੀ ਸਾਡੀ ਕਰੰਸੀ ਆ ਜੀ, ਉਹ ਡੁਪਲੀਕੇਟ ਬਹੁਤ ਆ ਰਹੀ ਹੈ। ਜਿਹੜੀ ਪ੍ਰੈਸ ਨੇ ਗੱਲ ਕਹੀ ਆ, ਉਹਨੂੰ ਰੋਕਣ ਵਾਸਤੇ ਉਪਰਾਲੇ ਕੀਤੇ ਜਾਣੇ। ਕਾਲਾ ਧਨ ਉਹੀ ਰੋਕ ਲੈਣ ਤੇ ਬੜੀ ਬਹਾਦਰੀ ਦੀ ਗੱਲ, ਬਾਕੀ ਕਾਲਾ ਧਨ ਕੀ ਰੋਕਣਾ ਇਹਨਾਂ ਦੇ। ਜੀ ਪ੍ਰੈਸ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹਾਂਗਾ ਕਾਲੇ ਧਨ ਦਾ ਰੌਲਾ ਜਿਸ ਵੇਲੇ ਮਨਮੋਹਨ ਸਿੰਘ ਦੀ ਸਰਕਾਰ ਸੀਗੀ ਜੀ, ਉਸ ਵੇਲੇ ਇਹ ਯੋਗਾ ਦਾ ਜਿਹੜਾ ਸਭ ਤੋਂ ਵੱਡਾ ਚੈਂਪੀਅਨ ਜੀ 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 ਜਿਹੜਾ ਸਲਵਾਰ ਪਾ ਕੇ ਭੱਜ ਗਿਆ ਸੀ, ਹਾਂਜੀ ਜੀ, ਉਹ ਜਿਹੜਾ ਸੀਗਾ ਉਹਨੇ ਬੜਾ ਰੌਲਾ ਪਾਇਆ ਸੀ। ਬਿਲਕੁਲ 100 ਦਿਨ ਦਾ ਟਾਈਮ ਵੀ ਦੇ ਦਿੱਤਾ ਸੀਗਾ। ਹਾਂਜੀ ਹਾਂਜੀ, ਲੋਕਾਂ ਨੂੰ ਕਿੰਨਾ ਰੌਲਾ ਪਾਇਆ ਸੀ ਜੀ। ਅੱਜ ਤੁਸੀਂ ਅਗਰ ਗੂਗਲ ਵਿੱਚ ਜਾ ਕਰਕੇ ਉਹਦੀ ਕੰਪਨੀ ਦੀ ਬੈਲੈਂਸ ਸ਼ੀਟਾਂ ਵੇਖੋਗੇ ਨਾ ਜੀ, ਉਹ ਬੰਦੇ ਕੋਲ ਅਰਬਾਂ ਰੁਪਇਆ ਹੈਗਾ, 5-6 ਸਾਲਾਂ 'ਚ ਆ ਗਿਆ ਜੀ। ਅਰਬਾਂ ਖਰਬਾਂ ਰੁਪਇਆ ਉਹਦੇ ਕੋਲ ਆ ਗਿਆ। ਉਹਨੇ ਇੰਨੇ ਕੰਪਨੀਆਂ ਖੋਲ੍ਹ ਲਈਆਂ ਨੇ ਜੀ। ਉਹ ਸਾਰਾ ਪੈਸਾ ਜਿਹੜਾ ਹੈ, ਉਹ ਪੈਸਾ ਇਹ ਮੋਦੀ ਸਰਕਾਰ ਦੇ ਵੇਲੇ ਹੀ ਉਹ ਖਰਬਪਤੀ ਬਣ ਗਿਆ ਜੀ। ਹੁਣ ਉਹ ਕਾਲੇ ਧਨ ਦੀ ਗੱਲ ਹੀ ਨਹੀਂ ਕਰਦਾ ਹੈ, ਕਿਉਂਕਿ ਉਹਦੇ ਕੋਲ ਕਾਲਾ ਧਨ ਖੁਦ ਆਪ ਆ ਗਿਆ ਜੀ। ਹਾਂਜੀ, ਸੋ ਇਹ BJP ਸਰਕਾਰ ਦੇ ਇਹ ਜਿਹੜੇ ਹਾਥੀ ਦੇ ਦੰਦ ਦਿਖਾਣੇ ਕਿ ਹੋਰ ਤੇ ਖਾਣੇ ਕਿ ਹੋਰ ਮੁਹਾਵਰਾ ਹੈ ਨਾ, ਇਹਨਾਂ ਉੱਤੇ ਪੂਰਾ ਟੁਕਦਾ ਹੈਗਾ ਜੀ। ਸੋ ਬਿਲਕੁਲ ਸਮਾਂ ਜਿਹੜਾ ਆ ਉਹ ਆਪਣਾ ਲਗਭਗ ਸਮਾਪਤ ਆ, ਤੇ ਮੋਟੀਆਂ-ਮੋਟੀਆਂ ਕੁਝ ਗੱਲਾਂ ਜਿਹੜਾ ਅੱਜ ਬਜਟ ਜਿਹੜਾ ਆ ਉਹ
ਪੇਸ਼ ਹੋਇਆ ਆ ਉਸ ਦੀਆਂ ਅਸੀਂ ਸਾਂਝੀਆਂ ਕੀਤੀਆਂ। ਪ੍ਰੈਸ ਸਾਹਿਬ ਦਾ ਧੰਨਵਾਦ ਕਰਦੇ ਹਾਂ, ਪੱਟੀ ਸਾਹਿਬ ਦਾ ਧੰਨਵਾਦ ਕਰਦੇ ਹਾਂ। ਸੋ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਅਸੀਂ ਅੱਜ ਦਾ ਜਿਹੜਾ ਬਜਟ ਸੀਗਾ ਉਸ ਦੀਆਂ ਕੁਝ ਗੱਲਾਂ ਜਿਹੜੀਆਂ ਆ ਉਹ ਪਹੁੰਚਾਈਆਂ ਆ। ਸੋ ਆਸ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਦੋਨਾਂ ਮਹਿਮਾਨਾਂ ਦਾ ਧੰਨਵਾਦ ਕਰਦੇ ਹਾਂ। ਇੱਥੇ ਹੀ ਤੁਹਾਡੇ ਤੋਂ ਆਗਿਆ ਚਾਹਾਂਗੇ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।